2 ਕਿੱਲੇ ਜ਼ਮੀਨ ਉਹ ਤੁਹਾਡੇ ਨਾਂ ਦੇ ਉੱਤੇ ਬੋਲਦੀ, ਤੁਸੀਂ ਹੁਣ ਤੱਕ ਝੂਠ ਬੋਲਿਆ। ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਆਪਣੀ ਸਾਰੀ ਜਾਇਦਾਦ ਜਿਹੜੀ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਰਵਾ ਦਿੱਤੀ। ਜੇਕਰ ਢੱਡਰੀਆਂ ਵਾਲਾ ਸਾਹਿਬ ਨੂੰ ਕਹਿੰਦੇ ਆ ਕਿ ਆਓ ਆਪਾਂ ਬੈਠ ਕੇ ਗੱਲ ਕਰਦੇ ਆ, ਹਾਂਜੀ, ਤਾਂ ਉਦੋਂ ਉਹ ਕਹਿ ਦਿੰਦੇ ਵੀ ਸਮਾਂ ਨਹੀਂ। ਹਰ ਜਗ੍ਹਾ ਹੀ ਇਦਾਂ ਕੀਤਾ ਇਹਨਾਂ ਨੇ। ਮੈਂ ਅਮਰੀਕਾ ਗਿਆ, ਜਾਂ ਤਾਂ ਤੂੰ ਸਾਡੇ ਨਾਲ ਵਿਚਾਰ ਕਰ, ਨਹੀਂ ਤਾਂ ਤੇਰੇ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣੇ। ਪ੍ਰੋਬਲਮ ਐਟੀਟਿਊਡ। ਤੁਹਾਨੂੰ ਨਹੀਂ ਲੱਗਦਾ ਵੀ ਇੱਕ ਵਾਰ ਜੇ ਜਵਾਬ ਦੇ ਦਿੱਤਾ ਜਾਵੇ ਤੇ ਮਸਲਾ ਬਿਲਕੁਲ ਕੀ ਪਤਾ ਮਸਲੇ ਹੱਲ ਹੀ ਹੋ ਜਾਣ। ਅੱਜ ਤੱਕ ਸਾਨੂੰ ਤਾਂ ਸ਼ਬੀਲ ਲਾ ਕੇ ਬੰਦਾ ਮਾਰਿਆ, ਇੱਕ ਵਾਰ ਸਵਾਲ ਨਹੀਂ ਪੁੱਛਿਆ ਵੀ ਯਾਰ ਸ਼ਬੀਲ ਕਿਉਂ ਬਦਨਾਮ ਕੀਤੀ। ਤੁਸੀਂ ਵਾਰ-ਵਾਰ ਇੱਕ ਗੱਲ ਕਹਿ ਰਹੇ ਹੋ ਕਿ ਪੰਥ ਦੇ ਵਿੱਚੋਂ ਕੱਲ ਨੂੰ ਛੇਕਣ ਦੀ ਥਾਂ ਤੇ ਅੱਜ ਛੇਕ ਦਿਓ, ਤੇ ਇਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਚੁਣੌਤੀ 'ਚ ਵਾਧਾ ਹੋ ਸਕਦਾ? ਜਿਹੜੇ ਸਿੱਖ ਵਿਦਵਾਨਾਂ ਨੂੰ ਪੰਥ ਚੋਂ ਛੇਕਿਆ ਗਿਆ, ਕਾਲੇ ਫਗਾਨੇ ਵਰਗਿਆਂ ਦੀਆਂ ਇੰਟਰਵਿਊ ਨਹੀਂ ਆਈਆਂ। ਤੁਹਾਡੀਆਂ ਤੇ ਉਹਨਾਂ ਦੀਆਂ ਆਪਸੀ ਕੋਈ ਨਿੱਜੀ ਕਿਹੜਾ ਨੇ ਜਿਨ੍ਹਾਂ ਨੂੰ ਸਿਰਫ ਇੱਕ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਤੇ ਇੱਕ ਦੂਜੇ ਨੂੰ ਸਿਰਫ ਭੰਡਿਆ ਜਾ ਰਿਹਾ ਹੈ? ਸਾਹਮਣੇ ਬੈਠ ਕੇ ਸੰਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ। ਇੰਨੇ ਕੁ ਵਿਵਹਾਰ ਜੁੜ ਜਾਂਦੇ ਤੁਹਾਡੇ ਨਾਲ ਵੀ ਤੁਸੀਂ ਉਹਨਾਂ ਨੂੰ ਜੀ ਆਇਆਂ ਆਪੇ ਕਹਿ ਦਿੰਦੇ ਆ, ਜਾਂ ਭੱਜ ਕੇ ਤੁਹਾਡੇ ਨਾਲ ਉਹ ਆਪੇ ਰਲ ਜਾਂਦੇ ਆ। ਵਿਵਾਦ ਹੈ ਕੋਈ ਨਹੀਂ, ਵਿਵਾਦ ਬਣਾ ਲਿਆ ਜਾਂਦਾ ਜੀ, ਜਾਣ ਬੁੱਝ ਕੇ ਉਹਨੂੰ ਇਸ ਤਰੀਕੇ ਸਿਰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਬੜੀ ਵੱਡੀ ਗੱਲ ਲੱਗਦੀ ਹੈ। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਚਾਹੀਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ, ਕੀ ਹਾਲ ਨੇ? ਬਿਲਕੁਲ ਠੀਕ ਹੈ ਜੀ। ਅੱਜ ਫਿਰ ਤੋਂ ਇੱਕ ਖਾਸ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਬਿਲਕੁਲ ਜੀ, ਬੜਾ ਵੱਡਮੁੱਲਾ ਤੇ ਬਹੁਤ ਖਾਸ ਪ੍ਰੋਗਰਾਮ ਇਸ ਕਰਕੇ ਆ ਕਿਉਂਕਿ ਕਈ ਤਰ੍ਹਾਂ ਦੇ ਵਿਵਾਦਾਂ ਦੇ ਉੱਤਰ ਲੈਣੇ ਆ। ਦੇਖੋ, ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਬਹੁਤ ਸਾਰੇ ਗਾਇਕਾਂ, ਗੀਤਕਾਰਾਂ ਜਾਂ ਕਲਾ ਦੀਆਂ ਹੋਰ ਸਿਨਫਾਂ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ। ਪਰ ਅੱਜ ਮਾਮਲਾ ਧਾਰਮਿਕ ਵੀ ਹੈ। ਅੱਜ ਇੱਕ ਉਸ ਵਿਅਕਤੀ, ਉਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਨੀ ਆ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਦੋਸ਼ਾਂ ਦੀ ਵਾਛੜ ਹੁੰਦੀ ਆ, ਜਾਂ ਕਹੀਏ ਵੀ ਉਹਨਾਂ ਦੇ ਨਾਲ ਵਿਵਾਦ ਜੁੜ ਜਾਂਦੇ ਆ, ਜਾਂ ਉਹਦੇ ਪਿੱਛੇ ਕੋਈ ਹੋਰ ਕਾਰਨ ਆ। ਉਹ ਬਹੁਤ ਸਾਰੇ ਸਵਾਲ ਆ ਜਿਹੜੇ ਮੇਰੇ ਚੇਤੇ ਦੇ ਵਿੱਚ ਗੂੰਜ ਰਹੇ ਆ, ਜਿਹਦੇ ਬਾਬਤ ਆਪਾਂ ਰਾਹ ਦੇ ਵਿੱਚ ਬਾਤ ਪਾਉਂਦੇ ਆਏ ਆ। ਸੋ ਉਹਨਾਂ ਸਾਰੇ ਸਵਾਲਾਂ ਦੇ ਉੱਤਰ ਲੈਣੇ ਅੱਜ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕੋਲੋਂ, ਤੇ ਉਹਨਾਂ ਦੇ ਨਾਲ ਕੀ ਗੱਲਾਂ ਜੁੜੀਆਂ, ਕਿਉਂ ਜੁੜੀਆਂ, ਤੇ ਕਦੋਂ ਜੁੜੀਆਂ, ਤੇ ਕਿਵੇਂ ਜੁੜੀਆਂ, ਇਹਦੇ ਬਾਬਤ ਆਪਣੇ ਸਾਰੇ ਦਰਸ਼ਕ ਜਾਣਦੇ ਹੀ ਆ। ਤੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਤੇ ਸਤਿ ਸ਼੍ਰੀ ਅਕਾਲ ਜੀ। ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾ ਰਸਮੀ ਸਵਾਲ ਜਿਹਦੇ ਨਾਲ ਮੁੱਢ ਵੱਜ ਜੇ, ਜੋ ਕਿ ਮੈਂ ਪਹਿਲਾਂ ਵੀ ਕੀਤਾ ਸੀਗਾ ਕਿ ਤੁਹਾਨੂੰ ਮਿੱਤਰ ਕਹਿ ਕੇ ਸੰਬੋਧਨ ਕਰਾਂ, ਮੈਂ ਤੁਹਾਨੂੰ ਸੰਤ ਕਹਿ ਕੇ ਸੰਬੋਧਨ ਕਰਾਂ, ਜਾਂ ਵੱਡਾ ਭਰਾ ਕਹਿ ਕੇ ਸੰਬੋਧਨ ਕਰਾਂ, ਜਿਵੇਂ ਤੁਸੀਂ ਕਹੋ ਆਪਾਂ ਉਸ ਰੂਪ ਦੇ ਵਿੱਚ ਪ੍ਰਵਾਹ ਚਲਾ ਲੈਣਾ। ਬੜਾ ਵਧੀਆ ਜੀ, ਰਣਜੀਤ ਸਿੰਘ ਕਿਹਾ, ਤੁਸੀਂ ਮੇਰਾ ਨਾਮ ਲਿਆ ਜੀ, ਇਹ ਠੀਕ ਹੈ ਜੀ। ਗੱਲਾਂ ਬੜੀਆਂ ਸਾਫ਼ ਤੇ ਸਪਸ਼ਟ ਕਰਾਂਗੇ ਜੀ, ਤੇ ਕਈ ਤਿੱਖੀਆਂ ਵੀ ਹੋਣਗੀਆਂ, ਤੇ ਤੁਹਾਨੂੰ ਚੁਭਣ ਨਾ ਇਸ ਗੱਲ ਦੀ ਅਸੀਂ ਆਸ ਕਰਦੇ ਹਾਂ। ਪਹਿਲੀ ਗੱਲ ਇਹ ਦੱਸੋ ਜੀ ਕਿ ਇੰਨੇ ਵਿਵਾਦ ਛਿੜਦੇ ਤੁਹਾਡੇ ਨਾਲ, ਇੰਨੇ ਕੁ ਵਿਵਾਦ ਜੁੜ ਜਾਂਦੇ ਤੁਹਾਡੇ ਨਾਲ ਵੀ ਤੁਸੀਂ ਉਹਨਾਂ ਨੂੰ ਜੀ ਆਇਆਂ ਆਪੇ ਕਹਿ ਦਿੰਦੇ ਆ, ਜਾਂ ਭੱਜ ਕੇ ਤੁਹਾਡੇ ਨਾਲ ਉਹ ਆਪੇ ਰਲ ਜਾਂਦੇ ਆ? ਕਦੇ ਕੋਈ ਵਿਵਾਦ, ਕਦੇ ਕਿਸੇ ਗੱਲ ਤੇ ਸਪਸ਼ਟੀਕਰਨ ਦਿੰਦੇ ਹੋ, ਉਹ ਸਪਸ਼ਟੀਕਰਨ ਚੋਂ ਨਵਾਂ ਸਵਾਲ ਨਿਕਲਦਾ, ਫਿਰ ਉਹਦਾ ਉੱਤਰ ਮੈਨੂੰ ਕਦੇ ਨਿੱਜੀ ਤੌਰ ਤੇ ਜਾਪਦਾ। ਅਸੀਂ ਗੱਲ ਵੀ ਕਰਦੇ ਹੁੰਦੇ ਆ ਕਿ ਪ੍ਰਚਾਰਕਾਂ ਨਾਲ ਪ੍ਰਚਾਰਕ ਹੀ ਭਿੜੀ ਜਾਂਦੇ ਆ। ਐਡੇ ਵੱਡੇ ਮਸਲੇ ਖੜੇ ਹੋ ਗਏ ਆ। ਅਸੀਂ ਏਕਤਾ ਦੀ ਗੱਲ ਕਰਦੇ ਸੀ, ਇੱਕ ਤੰਦ ਦੇ ਵਿੱਚ ਪਰੁੰਨੇ ਹੋਣ ਦੀ ਗੱਲ ਕਰਦੇ ਸੀ, ਪਰ ਹੈ ਨਹੀਂ। ਇੰਨੇ ਵਿਵਾਦ ਕਿਉਂ? ਨਹੀਂ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਵਿਵਾਦ ਹੈ ਹੀ ਕੋਈ ਨਹੀਂ। ਜਿਹੜੇ ਬੰਦੇ ਮੈਨੂੰ ਸੁਣ ਰਹੇ ਆ ਲਗਾਤਾਰ ਪਿਛਲੇ 4-5 ਸਾਲਾਂ ਤੋਂ ਸੁਣਿਆ, ਉਹ ਤਾਂ ਬੜੇ ਖੁਸ਼ ਨੇ। ਉਹ ਕਹਿੰਦੇ ਸਾਡੇ ਤਾਂ ਜ਼ਿੰਦਗੀ ਦੇ ਜਿਹੜੇ ਵਿਵਾਦ ਸੀ ਉਹ ਨਿਕਲ ਗਏ, ਸਾਡੇ ਵਹਿਮ ਨਿਕਲ ਗਏ, ਸਾਡੇ ਭਰਮ ਨਿਕਲ ਗਏ। ਅਸੀਂ ਤੇ ਉਲਝੇ ਹੋਏ ਸੀ, ਸਾਡੀ ਤੇ ਤਾਣੀ ਸੁਲਝ ਗਈ, ਸੌਖੇ ਹੋ ਗਏ ਅਸੀਂ। ਸੋ ਇਸ ਕਰਕੇ ਵਿਵਾਦ ਹੈ ਕੋਈ ਨਹੀਂ, ਵਿਵਾਦ ਬਣਾ ਲਿਆ ਜਾਂਦਾ ਜੀ, ਜਾਣ ਬੁੱਝ ਕੇ ਉਹਨੂੰ ਇਸ ਤਰੀਕੇ ਸਿਰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਬੜੀ ਵੱਡੀ ਗੱਲ ਲੱਗਦੀ ਹੈ। ਐਸਾ ਹੈ ਕੁਛ ਨਹੀਂ, ਕਿਉਂਕਿ ਨਾਲੇ ਇੱਕ ਗਰੁੱਪ ਹੈ ਜੀ। ਹੁਣ
ਹਜ਼ਾਰਾਂ ਸੰਗਤਾਂ ਸੁਣਨ ਵਾਸਤੇ ਆਉਂਦੀਆਂ, ਲੱਖਾਂ ਵੀ ਆ ਜਾਂਦੇ ਆ ਕਿਤੇ ਕਿਤੇ। ਹੁਣ ਸਾਰੇ ਲੋਕ ਸੁਣ ਰਹੇ ਹੁੰਦੇ ਆ, ਬੜੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੋ ਜਾਂਦਾ, ਪਰ ਉਹਦੇ ਵਿੱਚੋਂ ਕੋਈ ਕੱਟ ਵੱਢ ਕਰਕੇ ਬਣਾਇਆ ਜਾਂਦਾ ਵੀ ਆਹ ਵੇਖੋ ਜੀ ਇਦਾਂ ਕਹਿਤਾ ਇਦਾਂ ਕਹਿਤਾ, ਹਾਲਾਂਕਿ ਉਦਾਂ ਗੱਲ ਹੁੰਦੀ ਨਹੀਂ ਜਿੱਦਾਂ ਬਣਾ ਦਿੱਤੀ ਜਾਂਦੀ ਹੈ। ਜਿਹੜੇ ਬੰਦੇ ਲਗਾਤਾਰ ਮੇਰੇ ਪ੍ਰੋਗਰਾਮ ਸੁਣਦੇ ਆ, ਦੀਵਾਨਾਂ ਵਿੱਚ ਆਉਂਦੇ ਆ, ਉਹ ਕਹਿੰਦੇ ਸਾਡੇ ਲਈ ਤਾਂ ਕੋਈ ਵਿਵਾਦ ਨਹੀਂ, ਸਾਡੇ ਤਾਂ ਸਾਰੇ ਸਵਾਲ ਹੀ ਹੱਲ ਹੋ ਗਏ। ਜਿੰਨੇ ਸਾਡੇ ਅੰਦਰ ਕੁਐਸਚਨ ਖੜੇ ਹੁੰਦੇ ਸੀ, ਧਰਮ ਕੀ ਹੈ, ਆਹ ਕੀ ਹੈ, ਰੱਬ ਕੀ ਹੈ, ਕਿੰਨੇ ਸਵਾਲ ਖੜੇ ਹੁੰਦੇ ਬਚਪਨ ਤੋਂ, ਸਪਿਰਿਚੁਅਲਿਟੀ, ਅਧਿਆਤਮਕਤਾ, ਰੂਹਾਨੀਅਤ, ਉਹ ਸਾਰੇ ਸਾਡੀਆਂ ਗੁੰਝਲਾਂ ਖੁੱਲ ਗਈਆਂ। ਪਰ ਤੁਸੀਂ ਕਹਿੰਦੇ ਹੋ ਜੀ ਕਿ ਕੁਝ ਇੱਕ ਲੋਕ ਆ ਜਿਹੜੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਜੀ, ਪਰ ਉਹ ਤੁਹਾਡੇ ਨਾਲ ਸੰਬੰਧਿਤ ਹੀ ਕਿਉਂ ਕਰਦੇ ਆ? ਪ੍ਰਚਾਰਕ ਤਾਂ ਹੋਰ ਵੀ ਬਹੁਤ ਸਾਰੇ ਆ। ਨਹੀਂ, ਉਹਦਾ ਕਾਰਨ ਇਹ ਹੈ ਜੀ ਕਿ ਮੈਂ ਪਿਛਲੇ 4-5 ਸਾਲ ਤੋਂ ਜ਼ਿਆਦਾ ਕਹਿ ਲਓ ਵੀ ਮੈਂ ਪ੍ਰੈਕਟੀਕਲ ਗੱਲ ਕਰਨ ਲੱਗਿਆ। ਹੁਣ ਇੱਕ ਗੱਲ ਤਾਂ ਕਲੀਅਰ ਹੈ ਟੈਣਾ ਸਾਹਿਬ, ਜੇ ਹੁਣ ਆਪਾਂ ਗੱਲ ਕਰੀਏ, ਮੈਂ ਅੱਜ ਸਟੇਜ ਤੇ ਬਹਿ ਕੇ ਗੱਲ ਕਰ ਰਿਹਾ ਵੀ ਘੋੜਾ ਇਦਾਂ ਦਾ ਹੁੰਦਾ, ਆਹ ਚਾਰਾ ਖਾਂਦਾ, ਇਦਾਂ ਉਹ ਚੱਲਦਾ, ਇਦਾਂ ਦੀ ਉਹਦੀ ਸਪੀਡ ਹੁੰਦੀ ਹੈ, ਤੇ ਲੋਕ ਹੱਸਣਗੇ, ਉਹ ਕਹਿਣਗੇ ਯਾਰ ਚਲਾਉਂਦੇ ਤੇ ਮੋਟਰਸਾਈਕਲ ਆ। ਲਾਗੂ ਜਿਹੜੀ ਗੱਲ ਹੋਣੀ ਹੈ ਉਹ ਕਰਨਾ ਸਟੇਜ ਤੇ ਬਹਿ ਕੇ, ਉਹ ਗੱਲ ਕਰ ਸੌਖੀ ਹੋਵੇ। ਤੂੰ ਦੱਸ ਰਿਹਾ ਬਲਦਾਂ ਨਾਲ ਖੇਤੀ ਕਿੱਦਾਂ ਕਰਨੀ ਹੈ, ਮਸਲਾ ਟਰੈਕਟਰ ਦਾ ਅੱਜ ਵੀ ਉਹਨੂੰ ਕਿੱਦਾਂ ਵਰਤਿਆ ਜਾਵੇ, ਉਹਦੇ ਬਾਰੇ ਸਾਡੇ ਨਾਲ ਤੁਸੀਂ ਗੱਲ ਕਰੋ। ਹਰ ਬੰਦਾ ਇਹ ਚਾਹੁੰਦਾ ਆ ਵੀ ਸਾਨੂੰ ਅੱਜ ਦੀ ਗੱਲ ਕੀਤੀ ਜਾਵੇ, ਅੱਜ ਦੀ ਮੇਰੀ ਲਾਈਫ ਕਿਵੇਂ ਹੋਵੇ। ਉਹ ਇਸ ਕਰਕੇ ਜਿਹੜਾ ਹੈ ਗੱਲ ਆਪਾਂ ਕਰਦੇ ਆ, ਉਹ ਪ੍ਰੈਕਟੀਕਲ ਜਿਹੜੀ ਗੱਲ ਹੈ ਉਹਨੂੰ ਲੋਕ ਸੁਣਦੇ ਆ। ਇਹ ਜਿਹੜੇ ਬੰਦੇ ਜਿੰਨੇ ਸਾਡਾ ਧਾਰਮਿਕ ਸਾਰਾ ਹੀ ਢਾਂਚਾ, ਮੈਂ ਕਹਿਣਾ ਚਾਹੁੰਦਾ ਸਾਰਾ ਹੀ, ਉਹ ਸਾਰੇ ਦਾ ਸਾਰਾ ਇਦਾਂ ਨਹੀਂ ਸੋਚਦਾ। ਉਹ ਜੋ ਹੋਇਆ ਉਹਦੇ ਤੇ ਡਿਸਕਸ਼ਨ ਕਰ ਰਿਹਾ, ਮੈਂ ਜੋ ਹੋਣਾ ਚਾਹੀਦਾ ਉਹਦੇ ਤੇ ਡਿਸਕਸ਼ਨ ਕਰਦਾ। ਪਰ ਤੁਹਾਨੂੰ ਐ ਨਹੀਂ ਲੱਗਦਾ ਵੀ ਇੰਨੇ ਜ਼ਿਆਦਾ ਸਪਸ਼ਟ ਹੋ ਕੇ ਵੀ ਤਾਂ ਗੱਡੀ ਨਹੀਂ ਤੁਰਦੀ? ਕਿਉਂਕਿ ਜਿਹੋ ਜਿਹਾ ਜ਼ਮਾਨਾ ਹੈ, ਜਿੰਨੇ ਸਵਾਲ ਤੁਹਾਡੇ ਉੱਪਰ ਹੋਣ ਲੱਗ ਗਏ ਨੇ, ਇੰਨੀ ਸਪਸ਼ਟਤਾ ਵੀ ਕਿਤੇ ਨਾ ਕਿਤੇ ਤਾਂ ਚੁੱਭ ਰਹੀ ਹੈ। ਨਹੀਂ ਭੈਣ ਜੀ, ਜਿਹੜੇ ਨਾ ਜੀ ਸਪਸ਼ਟ ਹੋਵਾਂਗੇ ਨਹੀਂ ਤਾਂ ਗੱਲ ਕਲੀਅਰ ਹੋਣੀ ਨਹੀਂ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਜਿਹੜੀ ਵੀ ਗੱਲ ਤੁਹਾਡੀ ਹੋਣੀ ਚਾਹੀਦੀ ਹੈ ਬਿਲਕੁਲ ਕਲੀਅਰ ਤੇ ਸਪਸ਼ਟ ਹੋਣੀ ਚਾਹੀਦੀ ਹੈ, ਮੈਨੂੰ ਇਦਾਂ ਲੱਗਦਾ। ਜੇ ਨਹੀਂ ਹੋਏਗਾ ਤਾਂ ਸੁਣਨ ਵਾਲਾ ਜਿਹੜਾ ਬੰਦਾ ਆ ਉਹ ਉਲਝਦਾ ਹੈ, ਔਰ ਅੱਜ ਤੱਕ ਉਲਝੇ ਹੀ ਹੋਏ ਆ। ਖਾਸ ਕਰਕੇ ਜੀ ਤੁਸੀਂ ਦੇਖੋ, ਸਾਡਾ ਧਾਰਮਿਕ ਜਿਹੜਾ ਢਾਂਚਾ ਆ, ਜੇ ਤੁਸੀਂ ਵੇਖੋਗੇ ਬਿਨਾਂ ਗੋਲਕਾਂ ਭਰਨ ਤੋਂ, ਬਿਨਾਂ ਸੋਨਾ ਲਾਉਣ ਤੋਂ, ਬਿਨਾਂ ਪ੍ਰਧਾਨਗੀਆਂ ਚਮਕਾਉਣ ਤੋਂ, ਬਿਨਾਂ ਇੱਕ ਦੂਜੇ ਦੇ ਸਰੋਪੇ ਪਾਉਣ ਤੋਂ, ਜਾਂ ਬਿਨਾਂ ਕਿਸੇ ਲੰਗਰ ਤੇ ਤਰ੍ਹਾਂ ਦੇ ਰੋਟੀਆਂ ਖਾਣ ਤੋਂ ਬਿਨਾਂ ਅੱਜ ਸਾਡੇ ਕੋਲ ਵੱਖਰਾ ਕੀ ਆਇਆ? ਧਰਮ ਵਾਲੇ ਪਾਸਿਓਂ ਸਾਡਾ ਫਿਊਚਰ ਕੀ ਸੈੱਟ ਹੋਇਆ? 20-25 ਸਾਲਾਂ ਵਿੱਚ ਅੱਜ ਸਕੂਲ ਆਏ ਹੈ, 25 ਸਾਲਾਂ ਦੇ ਵਿੱਚ ਬੱਚੇ ਪੜ੍ਹਨ ਕਰਕੇ ਅੱਜ ਆਈਲੈਟਸ ਕਰਕੇ ਸੈਟਲ ਹੋ ਰਹੇ ਆ। ਜੇ ਇਹੀ ਚੀਜ਼ਾਂ ਸਾਡੇ ਧਰਮ ਵਿੱਚ ਆਉਣੀਆਂ ਚਾਹੀਦੀਆਂ ਸੀ, ਐਜੂਕੇਸ਼ਨ ਨੂੰ ਮੁੱਖ ਰੱਖਣਾ ਚਾਹੀਦਾ ਸੀ, ਇਹ ਢਾਂਚਾ ਨਹੀਂ ਆਇਆ, ਉਹਦਾ ਕੋਈ ਲਾਭ ਨਹੀਂ ਮਿਲਿਆ। ਸਪਸ਼ਟਤਾ ਨਾ ਹੋਣ ਕਰਕੇ ਹੀ ਹੈ। ਸਪਸ਼ਟ ਹੋਈਏ, ਕੁਝ ਗੱਲਾਂ ਬਿਲਕੁਲ ਕਲੀਅਰ ਕਰੀਏ, ਫਿਰ ਸੌਖਾ ਲੱਗਦਾ। ਇੱਕ ਹੋਰ ਗੱਲ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਹਜ਼ਾਰਾਂ ਦੀ ਗਿਣਤੀ 'ਚ, ਕਈ ਵਾਰ ਲੱਖਾਂ ਦੀ ਗਿਣਤੀ ਦੇ ਵਿੱਚ ਵੀ ਲੋਕ ਸੁਣਨ ਆਉਂਦੇ ਆ, ਚਲੋ ਚੰਗੀ ਗੱਲ ਆ, ਹਾਂਜੀ, ਪਰ ਜਿਹੜੇ ਤੁਹਾਡੇ ਉੱਤੇ ਸਵਾਲ ਕਰਦੇ ਉਹ ਇਹ ਕਹਿੰਦੇ ਆ ਜੀ ਕਿ ਲੱਖਾਂ ਲੋਕਾਂ ਨੂੰ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਧਾਰਨਾਵਾਂ ਜਿਹੜੀਆਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਆਪਣੇ ਰੂਪ ਦੇ ਵਿੱਚ ਪ੍ਰਸੰਗ ਬਣਾ ਕੇ, ਆਪਣੀ ਮਰਜ਼ੀ ਮੁਤਾਬਕ ਵਿਆਖਿਆ ਕਰਕੇ ਲੋਕਾਂ ਦੇ ਅੰਦਰ ਇੱਕ ਇਹੋ ਜਿਹੀ ਖਾਨਾ ਜੰਗੀ ਛੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ ਵਾਜਬ ਨਹੀਂ ਆ। ਨਹੀਂ, ਉਹ ਜਿਹੜੀ ਗੱਲ ਹੈ ਨਾ ਜੀ, ਆਪਣੇ ਤਰੀਕੇ ਨਾਲ ਅਰਥ ਕਰਨ ਦੀ, ਅੱਜ ਤੱਕ ਧਰਮ ਨੂੰ ਕਿੱਦਾਂ ਸਮਝਣਾ ਹੈ, ਇਹ ਹਰ ਇੱਕ ਬੰਦੇ ਦਾ ਵੱਖਰਾ ਪੁਆਇੰਟ ਆਫ ਵਿਊ ਹੈ। ਕੋਈ ਕਿਸੇ ਤਰ੍ਹਾਂ ਗੁਰਬਾਣੀ ਨੂੰ ਸਮਝਦਾ, ਕੋਈ ਕਿਸੇ ਤਰ੍ਹਾਂ ਸਮਝਦਾ, ਮੈਂ ਹੋਰ ਤਰ੍ਹਾਂ ਸਮਝਦਾ। ਹੁਣ ਅੱਜ ਤੱਕ ਇੱਕ ਗੱਲ ਆਪਾਂ ਪਿਛਲੀ ਵਾਰ ਵੀ ਕੀਤੀ ਸੀ, ਰੱਬ ਕਿਤੇ ਬੈਠਾ ਉਹ ਸਾਰਾ ਕੁਝ ਲਿਖ ਰਿਹਾ, ਉਹ ਸਾਰਾ ਕੁਝ ਕਰ ਰਿਹਾ। ਠੀਕ ਹੈ ਜੀ, ਮੈਂ ਕਹਿੰਦਾ ਵੀ ਨਹੀਂ, ਮੈਨੂੰ ਗੁਰਬਾਣੀ ਇਦਾਂ ਸਮਝ ਲੱਗਦੀ ਹੈ ਕਿ ਸਾਰਾ ਕੁਝ ਹੀ ਰੱਬ ਹੈ, ਆਪਾਂ ਸਾਰੇ ਹੀ ਰੱਬ ਦਾ ਰੂਪ ਆ, ਜੋ ਕਰਨਾ ਅਸੀਂ ਕਰਨਾ, ਜ਼ਿੰਦਗੀ ਦੇ ਡਿਸੀਜਨ ਅਸੀਂ ਲੈਣੇ ਨੇ। ਠੀਕ ਹੈ ਜੀ, ਹੁਣ ਪ੍ਰੈਕਟੀਕਲ ਕੀ ਹੈ, ਲੌਜੀਕਲ ਕੀ ਹੈ, ਇਹ ਸਾਨੂੰ ਸੋਚਣਾ ਪੈਣਾ, ਵੇਖਣਾ ਪੈਣਾ। ਹੁਣ ਇਹ ਮੇਰੀ ਵਿਆਖਿਆ, ਉਹ ਕਿਸੇ ਹੋਰ ਨੇ ਵਿਆਖਿਆ ਕੀਤੀ ਹੈ। ਤੁਸੀਂ ਹੁਣ ਨਿਊਟਰਲ ਸਰੋਤੇ ਆ, ਮੰਨ ਲਓ ਤੁਸੀਂ ਮੈਨੂੰ ਸੁਣ ਰਹੇ ਆ, ਤੁਸੀਂ ਵੇਖਣਾ ਕਿ ਕਿਹੜੀ ਗੱਲ ਹੈ ਜਿਹੜੀ ਲਾਗੂ ਹੋ ਸਕਦੀ ਹੈ। ਅਰਥ ਉਹ ਵੀ ਬੰਦਿਆਂ ਦੇ ਹੀ ਕੀਤੇ ਹੋਏ ਆ, ਹਰ ਕੋਈ ਗੱਲ ਆਖਰੀ ਸੱਚ ਨਹੀਂ। ਜੋ ਮੈਂ ਬੋਲਿਆ ਆਖਰੀ ਸੱਚ ਨਹੀਂ, ਆਉਣ ਵਾਲੇ 20-30 ਸਾਲਾਂ 'ਚ ਹੋਰ ਤਰੀਕੇ ਦਾ ਪੁਆਇੰਟ ਆਫ ਵਿਊ ਵੀ ਆ ਸਕਦਾ, ਉਦੋਂ ਵੀ ਵਧੀਆ ਪੁਆਇੰਟ ਆਫ ਵਿਊ ਕੋਈ ਰੱਖ ਸਕਦਾ ਹੈ, ਜਿਹੜਾ ਕਿ ਸਮਝਣਾ ਜ਼ਰੂਰੀ ਹੈ। ਉਹ ਬੰਦਿਆਂ ਦੀ ਪ੍ਰੋਬਲਮ ਇਹ ਆ, ਉਹ ਕਹਿੰਦੇ ਜੋ ਬਣ ਗਿਆ, ਜੋ ਥਾਪ ਦਿੱਤਾ ਗਿਆ, ਜੋ ਅਰਥ ਕਰ ਦਿੱਤੇ ਗਏ, ਉਹਨੂੰ ਨਵੇਂ ਐਂਗਲ ਤੋਂ ਨਹੀਂ ਸੋਚਿਆ ਜਾਣਾ ਚਾਹੀਦਾ। ਮੇਰਾ ਮੰਨਣਾ ਇਹ ਹੈ ਕਿ ਗੁਰਬਾਣੀ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝ ਸਕਦੇ ਹਾਂ। ਜਿਨ੍ਹਾਂ ਨੇ ਪਹਿਲਾਂ ਸਮਝਿਆ
ਉਹ ਵੀ ਬੰਦੇ ਹੀ ਸੀ ਤੇ ਅਸੀਂ ਵੀ ਬੰਦੇ ਆ, ਸਾਨੂੰ ਵੀ ਹੱਕ ਹੈ ਤੇ ਸਾਡੇ ਤੋਂ ਬਾਅਦ ਵੀ ਹਰ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਪੁਆਇੰਟ ਆਫ ਵਿਊ ਦਵੇ। ਨੰਬਰ ਉਹਨੂੰ ਮਿਲਣੇ ਆ, ਉਹਦੀ ਸੋਚ ਪ੍ਰੈਕਟੀਕਲ ਹੈ ਜਾਂ ਨਹੀਂ ਹੈ। ਮੈਂ ਕਹਾਂ ਗੁਰੂ ਸਾਹਿਬ ਇਦਾਂ ਕਹਿੰਦੇ ਆ, ਗੁਰਬਾਣੀ ਦੇ ਅਰਥ ਆ, ਗੁਰਬਾਣੀ ਦੇ ਅਰਥ ਆ, ਗੁਰਬਾਣੀ ਗੁਰੂ ਸਾਹਿਬ ਇਦਾਂ ਕਹਿੰਦੇ, ਇਹ ਨਾ ਕਹੀਏ। ਅਸੀਂ ਇਹ ਕਹੀਏ ਕਿ ਮੈਨੂੰ ਇਦਾਂ ਸਮਝ ਲੱਗੀ ਹੈ, ਮੇਰਾ ਪੁਆਇੰਟ ਆਫ ਵਿਊ ਇਹ ਹੈ। ਉਹ ਪੁਆਇੰਟ ਆਫ ਵਿਊ ਪ੍ਰੈਕਟੀਕਲ ਹੈ ਕਿ ਨਹੀਂ ਹੈ, ਉਹ ਓਪੀਨੀਅਨ ਪ੍ਰੈਕਟੀਕਲ ਹੈ ਕਿ ਨਹੀਂ ਹੈ, ਇਹ ਅਸੀਂ ਸੋਚਣਾ। ਪਰ ਤੁਹਾਡੀਆਂ ਗੱਲਾਂ ਦੇ ਨਾਲ ਧਾਰਮਿਕ ਭਾਵਨਾਵਾਂ ਭੜਕਦੀਆਂ, ਇਸ ਗੱਲ ਨੂੰ ਮੰਨਦੇ ਹੋ? ਨਹੀਂ, ਉਹ ਜਿਹੜੇ ਬੰਦੇ ਪੁਜਾਰੀ ਹੈ, ਜਿਨ੍ਹਾਂ ਦਾ ਦੁਕਾਨਦਾਰੀ ਚੱਲਦੀ ਹੈ, ਉਹਨਾਂ ਦੀਆਂ ਭਾਵਨਾਵਾਂ ਤੇ ਭੜਕਣੀਆਂ ਹੀ ਨੇ। ਜਿਨ੍ਹਾਂ ਨੇ 100 ਪਾਠ ਇਦਾਂ ਲੈਣ ਵਿੱਚ ਰੱਖੇ ਹੈ, 3000 ਪਾਠੀਆਂ ਨੂੰ ਦੇ ਦਿੱਤਾ, 5-5 7-7 ਹਜ਼ਾਰ ਬਾਬੇ ਜੇਬ ਚ ਪਾ ਲੈਂਦੇ, ਇੱਕ ਪਾਠ ਚੋਂ ਬਚ ਜਾਂਦਾ। 100 ਪਾਠ ਰੱਖ ਲਿਆ, 7 ਲੱਖ, ਇਦੋਂ ਵਧੀਆ ਬਿਜ਼ਨਸ ਕੋਈ ਨਹੀਂ। ਉਹਨਾਂ ਦੀਆਂ ਭਾਵਨਾਵਾਂ ਤਾਂ ਭਟਕਣੀਆਂ ਹੀ ਭਟਕਣੀਆਂ ਨੇ। ਉਹਨਾਂ ਨੂੰ ਇਹ ਲੱਗਦਾ ਵੀ ਇਹਦੇ ਨਾਲ ਸਾਡੀ, ਪਰ ਇਹਦੇ ਨਾਲ ਬੱਚਿਆਂ ਦਾ ਫਿਊਚਰ ਬਣਨਾ ਆ, ਉਹ ਤੇ ਬੜੇ ਖੁਸ਼ ਨੇ, ਉਹ ਤੇ ਰਾਜੀ ਨੇ ਸਾਰੇ। ਤੁਸੀਂ ਕਹਿੰਦੇ ਹੋ ਤੁਸੀਂ ਤਰਕ ਨਾਲ ਗੱਲ ਕਰਦੇ ਹੋ, ਲੌਜੀਕਲੀ ਗੱਲ ਕਰਦੇ ਹੋ, ਪਰ ਤੁਹਾਡੇ ਉੱਤੇ ਬਾਰ-ਬਾਰ ਇਹ ਦੋਸ਼ ਲੱਗਦਾ ਵੀ ਤੁਸੀਂ ਕੱਚੀ ਬਾਣੀ ਪੜ੍ਹਦੇ ਹੋ। ਤੁਸੀਂ ਜੋ ਅਸਲ ਦੇ ਵਿੱਚ ਗੁਰਬਾਣੀ ਕਹਿੰਦੀ ਹੈ ਉਹਦੀ ਵਿਆਖਿਆ ਨਹੀਂ ਕਰਦੇ, ਤੁਸੀਂ ਕੱਚੀ ਬਾਣੀ ਪੜ੍ਹਦੇ ਹੋ। ਆਪਣੇ ਰੂਪ ਦੇ ਵਿੱਚ ਹਰ ਗੱਲ ਨੂੰ ਪੇਸ਼ ਕਰਦੇ ਆ, ਇੱਕ ਨਵੀਂ ਕਹਾਣੀ ਬਣਾ ਕੇ ਪੇਸ਼ ਕਰਦੇ ਹੋ। ਵੱਡਾ ਮਸਲਾ ਇਹ ਚੁੱਕਦੇ ਨਹੀਂ, ਉਹ ਤਾਂ ਉਹ ਚੁੱਕਦੇ ਆ ਨਾ ਜੀ, ਉਹਨਾਂ ਨੇ ਤਾਂ, ਮੈਂ ਆਪਣੀ ਗੱਲ ਐਕਸਪਲੇਨ ਕਰਦਾ, ਪੂਰਾ ਸਿਨਾਰੀਓ ਵੇਖੋ। ਮੈਂ ਜਿਹੜੀ ਗੱਲ ਕਰ ਰਿਹਾ ਉਹ ਗੱਲ ਵਿੱਚ ਮੈਂ ਕਹਿਣਾ ਕੀ ਚਾਹੁੰਦਾ। ਜੇ ਤੁਸੀਂ ਪੂਰਾ ਪ੍ਰੋਗਰਾਮ ਆਪਾਂ ਸੁਣਾਂਗੇ, 2 ਘੰਟੇ ਦਾ ਮੈਂ ਪ੍ਰੋਗਰਾਮ ਕਰਦਾ, ਸਾਰਾ ਕੁਝ ਇੰਟਰਨੈਟ ਤੇ ਪਿਆ, ਅੱਜ ਕੋਈ ਲੁਕਿਆ ਤਾਂ ਹੈ ਨਹੀਂ, ਹੈ ਜੀ। ਉਹ ਆਪਣੀ ਗੱਲ ਕਰਦਿਆਂ ਮੈਂ ਗੁਰਬਾਣੀ ਨੂੰ ਆਪਣੇ ਤਰੀਕੇ ਸਿਰ ਐਕਸਪਲੇਨ ਕਰਦਾ। ਕੱਚੀ ਬਾਣੀ ਦੀ ਗੱਲ ਆ, ਉਹ ਮੈਂ ਸਪਸ਼ਟ ਕਹਿੰਦਾ ਵੀ ਇੱਕ ਗੱਲ ਆਪਾਂ ਕਹਿੰਦੇ ਆਪਾਂ ਉਹਨੂੰ ਗਾ ਕੇ ਕਹਿ ਦਿੰਦੇ ਆ, ਕੋਈ ਵੀ ਗੱਲ ਹੈ, ਉਹ ਹੈ ਕਿ ਉਹ ਧਾਰਨਾ ਹੈ, ਉਹ ਬਾਣੀ ਨਹੀਂ ਹੈਗੀ, ਉਹ ਇੱਕ ਕਵਿਤਾ ਹੈ। ਕਵਿਤਾ ਦਾ ਇੱਕ ਰੂਪ ਹੈ, ਇੱਕ ਉਹਦੀ ਬਨਗੀ ਹੈ। ਅਸੀਂ ਇੱਕ ਕਵਿਤਾ ਦੀ ਗੱਲ ਕਰਦਿਆਂ ਉਹਦੀ ਇੱਕ ਲਾਈਨ ਬੋਲ ਕੇ ਗਾ ਕੇ ਕਹਿ ਦਿੰਦੇ ਆ, ਉਹ ਬਾਣੀ ਨਹੀਂ ਬਣ ਜਾਂਦੀ। ਗੁਰਬਾਣੀ ਹੋਈ ਹੈ। ਹਾਂਜੀ, ਇੱਕ ਮੈਨੂੰ ਦੱਸੋ ਕਿ ਅੱਜ ਕੱਲ ਜਿਹੜਾ ਤਾਜ਼ਾ ਭਖਦਾ ਮੁੱਦਾ ਉਹ ਤੁਹਾਡੀ ਜਾਇਦਾਦ ਦੇ ਨਾਲ ਸੰਬੰਧਿਤ ਹੈ। ਹਾਂਜੀ, ਤੁਹਾਡੀ ਜਾਇਦਾਦ ਦੇ ਉੱਤੇ ਸਵਾਲ ਖੜੇ ਹੋਏ ਆ। ਤੁਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਆਪਣੀ ਸਾਰੀ ਜਾਇਦਾਦ ਜਿਹੜੀ ਮੇਰੇ ਖਿਆਲ 200 ਬਿੱਗੇ, 150 ਬਿੱਗਾ, ਹਾਂ 150 ਬਿੱਗਾ, ਉਹ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਰਵਾਤੀ। ਹਾਂਜੀ, ਪਰ ਸਵਾਲ ਕਰਤਾ ਨੇ ਜਿਹੜੇ ਉਹ ਇਹ ਗੱਲ ਕਹਿ ਰਹੇ ਆ ਕਿ 2 ਕਿੱਲੇ ਜ਼ਮੀਨ ਉਹ ਤੁਹਾਡੇ ਨਾਂ ਦੇ ਉੱਤੇ ਬੋਲਦੀ, ਤੁਸੀਂ ਹੁਣ ਤੱਕ ਝੂਠ ਬੋਲਿਆ। ਮੈਂ ਉਹ ਗੱਲ ਚੰਗੀ ਤਰ੍ਹਾਂ ਕਲੀਅਰ ਕੀਤੀ ਹੈ। ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਜੀ, ਉਹ ਅਕਾਲੀ ਦਲ ਇਹਨਾਂ ਦੇ ਵਿਕਰਮ ਸਿੰਘ ਮਜੀਠੀਆ ਦੇ ਵੀ ਉਹ ਪੀਏ ਰਹੇ ਹੈ। ਅੱਛਾ ਜੀ। ਉਹਨਾਂ ਨੇ ਇਹ ਇਲਜ਼ਾਮ ਲਾਇਆ ਵੀ ਢੱਡਰੀਆਂ ਵਾਲੇ ਦਾ ਹੁਣ ਹੋਇਆ ਪਰਦਾ ਫਾਸ਼, ਵੀ 2 ਕਿੱਲੇ ਜ਼ਮੀਨ ਇਹਦੇ ਨਾਂ ਬੋਲਦੀ ਹੈ। ਤਾਂ ਮੈਂ ਉਹਦੇ ਉੱਤੇ ਆਪਣੀ ਗੱਲ ਕਹੀ ਵੀ ਹੈ ਕਿ ਉਹਦੇ ਉੱਤੇ ਲੋਨ ਸੀ, ਤੇ ਜਿਹੜੀ ਪ੍ਰਾਪਰਟੀ ਦੇ ਉੱਤੇ ਲੋਨ ਹੁੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਨਹੀਂ ਚੜ ਸਕਦੀ ਉਹਨਾਂ ਚਿਰ ਉਹਦਾ ਜਿਹੜਾ ਹੁੰਦਾ ਹੈ ਜੀ ਉਹ ਇੰਤਕਾਲ, ਹਾਂ, ਉਹ ਨਹੀਂ ਬਣਦਾ। ਉਹ ਜਦੋਂ ਹੁਣ ਕਲੀਅਰ ਹੋ ਗਿਆ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ ਜਾਣੀ ਹੈ। ਜਿੱਦਣ 30 ਕਿੱਲੇ ਮੈਂ ਕਰਾ ਕੇ ਆਇਆ ਆਪਣੇ ਨਾਂ ਤੋਂ ਲਵਾ ਕੇ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਕਰਾ ਕੇ ਆਇਆ, ਤੇ ਮੇਰੇ ਲਈ 2 ਕਿੱਲਿਆਂ ਦੀ ਪ੍ਰੋਬਲਮ ਥੋੜਾ ਸੀ। ਉਹ ਤਾਂ ਨਾਂ ਕਰਜ਼ਾ ਹੋਣ ਕਰਕੇ ਉਹਦੇ ਉੱਤੇ ਨਹੀਂ ਚਾੜ ਸਕਿਆ। ਹੁਣ ਕਰਜ਼ਾ ਲੈ ਗਿਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜ ਜਾਣੀ ਹੈ। ਇਹਨਾਂ ਨੇ ਕਹਿਤਾ ਇਹਦੇ ਨਾਲ ਪਰਦਾ ਫਾਸ਼ ਹੋ ਗਿਆ। ਉਹ ਮੈਂ ਆਪਣੀ ਗੱਲ ਚੰਗੀ ਤਰ੍ਹਾਂ ਕਲੀਅਰ ਕੀਤੀ। ਇੰਟਰਨੈਟ ਦੇ ਉੱਤੇ ਇੱਕ ਹੋਰ ਸਵਾਲ ਉੱਠਿਆ ਕਿ ਬੇਸ਼ੱਕ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਉੱਤੇ ਕਰਵਾਤੀ ਹੈ, ਹਾਂਜੀ, ਪਰ ਵਰਤੋਂ ਤਾਂ ਖੁਦ ਹੀ ਕਰ ਰਹੇ ਹੋ। ਹਾਂਜੀ, ਇਹ ਵੀ ਸਵਾਲ ਉੱਠਿਆ। ਨਹੀਂ, ਉਹ ਤਾਂ ਦੇਖੋ, ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਸਾਰੇ ਹੀ ਕਰਾ ਦੇਣ, ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਓ ਤੇ ਰਵੋ ਆਪ। ਮੈਂ ਤੇ ਸਰਚਾਂਦ ਸਿੰਘ ਉਹਨਾਂ ਨੂੰ ਵੀ ਕਹੀ ਇਹ ਗੱਲ ਵੀ ਜੇ ਤੁਹਾਨੂੰ ਲੱਗਦਾ ਵੀ ਰਹਿਣਾ ਤਾਂ ਆਪ ਹੀ ਹੈ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਓ ਤੇ ਸਾਰੇ ਹੀ ਕਰਾਓ, ਰਹਿਣਾ ਤਾਂ ਤੁਸੀਂ ਖੁਦ ਹੀ ਹੈ। ਇਦਾਂ ਨਹੀਂ ਨਾ। ਪੁਆਇੰਟ ਇਹ ਹੈ ਕਿ ਮੇਰੇ ਪਰਿਵਾਰ, ਇਹ ਕੋਈ ਅੱਜ ਜੋ ਅਸਥਾਨ ਹੈ ਸਾਰਾ, ਹੁਣ ਮੈਂ ਕਿੰਨੀ ਜਗ੍ਹਾ ਤੇ ਰਹਿ ਰਿਹਾ, ਮੇਰੀ ਜਗ੍ਹਾ ਕਿੰਨੀ ਹੈ, ਮੰਨ ਲਓ 1.5 ਕਿੱਲੇ ਦੀ ਜਗ੍ਹਾ ਹੋਏਗੀ ਜਿਹਦੇ ਚ ਮੈਂ ਰਹਿائش ਹੈ ਮੇਰੀ, ਪਰ ਬਾਕੀ ਤਾਂ ਸਾਰੀ ਸੰਗਤ ਵਰਤ ਰਹੀ ਹੈ। ਲੰਗਰ ਹਾਲ ਬਣਿਆ, ਦਰਬਾਰ ਸਾਹਿਬ ਬਣਿਆ, ਹਸਪੀਟਲ ਬਣਿਆ, ਦੀਵਾਨ ਹਾਲ ਬਣਿਆ, ਹਰ ਚੀਜ਼ ਇੱਥੇ ਬਣੀ ਹੋਈ ਹੈ। ਉਹ ਸੰਗਤ ਜੂਝ ਕਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਨਾਂ ਇਸ ਕਰਕੇ ਕਰਾਇਆ ਹੈ ਵੀ ਮੁੜ ਕੇ ਉਹ ਕਿਸੇ ਦੀ ਪਰਸਨਲ ਪ੍ਰਾਪਰਟੀ ਨਾ ਬਣ ਜਾਏ। ਉਹ ਸਾਰੇ ਦਾ ਸਾਰਾ ਇਸੇ ਤਰ੍ਹਾਂ ਚੱਲਦਾ ਰਹੇ ਪਏ। ਇੱਕ ਹੋਰ ਸਵਾਲ ਸਮੇਂ ਤੇ ਉੱਠਿਆ ਬਈ ਤੁਸੀਂ ਸਾਹਮਣੇ ਬੈਠ ਕੇ ਸੰਵਾਦ ਦੇ ਵਿੱਚ ਯਕੀਨ ਨਹੀਂ ਰੱਖਦੇ। ਹਾਂਜੀ, ਕਿਉਂਕਿ ਕੁਝ ਕੁ ਆਲੋਚਕਾਂ ਦਾ ਇਹ ਕਹਿਣਾ ਕਿ ਜੇਕਰ ਢੱਡਰੀਆਂ ਵਾਲਾ ਸਾਹਿਬ ਨੂੰ ਕਹਿੰਦੇ ਆ ਕਿ ਆਓ ਆਪਾਂ ਬੈਠ ਕੇ ਗੱਲ ਕਰਦੇ ਆ, ਹਾਂਜੀ, ਤਾਂ ਉਦੋਂ ਉਹ ਕਹਿ ਦਿੰਦੇ ਵੀ ਸਮਾਂ ਨਹੀਂ। ਹਾਂਜੀ, ਜਿਵੇਂ ਕਿ ਇੱਕ 5 ਮੈਂਬਰੀ ਕਮੇਟੀ ਬਣਾਈ ਗਈ, ਤੁਹਾਡੇ ਕੋਲੇ ਸਮਾਂ ਨਹੀਂ। ਉਹ ਕਹਿੰਦੇ ਵੀ ਸੰਵਾਦ ਨਹੀਂ ਕਰਦੇ, ਇਸ ਕਰਕੇ ਸਵਾਲ ਪੈਦਾ ਹੁੰਦੇ ਆ। ਹਾਂਜੀ, ਨਹੀਂ, ਉਹਦਾ ਕਾਰਨ ਇਹ ਹੈ ਟੈਣਾ ਜੀ, ਆਪਾਂ ਇੱਥੇ ਬੈਠੇ ਆ ਜੀ, ਤੁਸੀਂ ਮੇਰੇ ਤੋਂ ਸਵਾਲ ਕਰ ਰਹੇ ਆ, ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਮੇਰੇ ਤੋਂ ਕਿਹੜੇ ਸਵਾਲ ਕਰਨੇ ਨੇ,
ਆਪਾਂ ਗੱਲ ਨਹੀਂ ਨਾ ਕੀਤੀ, ਆਪਣੀ ਗੱਲ ਚੱਲ ਰਹੀ ਹੈ। ਹੁਣ ਤੁਸੀਂ ਇਸੇ ਤਰ੍ਹਾਂ ਬਹੁਤ ਸਾਰੇ ਪੱਤਰਕਾਰ ਆਏ ਹੈ, ਇੰਟਰਵਿਊ ਕਰਨ ਆਉਂਦੇ ਹੈ, ਮੈਂ ਕਦੇ ਕਿਸੇ ਨੂੰ ਨਾ ਨਹੀਂ ਕਰਦਾ, ਮੈਂ ਜੀ ਆਇਆ ਕਹਿੰਦਾ, ਆ ਕੇ ਮੇਰੀ ਗੱਲ ਸੁਣੋ। ਹੁਣ ਇੱਕ ਹੁੰਦਾ ਹੈ ਜੀ ਅਥਾਰਟੀ ਬਣ ਕੇ ਆਉਣਾ, ਹਰ ਜਗ੍ਹਾ ਹੀ ਇਦਾਂ ਕੀਤਾ ਇਹਨਾਂ ਨੇ। ਮੈਂ ਅਮਰੀਕਾ ਗਿਆ, ਮੈਂ ਕੈਨੇਡਾ ਗਿਆ, ਆਸਟ੍ਰੇਲੀਆ ਗਿਆ, ਜਾਂ ਤਾਂ ਤੂੰ ਸਾਡੇ ਨਾਲ ਵਿਚਾਰ ਕਰ, ਨਹੀਂ ਤਾਂ ਤੇਰੇ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣੇ। ਪ੍ਰੋਬਲਮ ਐਟੀਟਿਊਡ ਦੀ ਹੈ, ਪ੍ਰੋਬਲਮ ਸੁਭਾਅ ਦੀ ਹੈ। ਆਹ ਸੁਭਾਅ ਜਿਹੜਾ ਇਦਾਂ ਦਾ, ਇੱਕ ਬੰਦਾ ਕਹਿੰਦਾ ਰਿਸ਼ਤਾ ਕਰਨਾ ਹੈ ਆਪਣੇ ਮੁੰਡੇ ਦਾ, ਧੀ ਦਾ, ਸਾਨੂੰ ਰਿਸ਼ਤਾ ਚਾਹੀਦਾ, ਆਪਾਂ ਕਹਿੰਦੇ ਆਓ ਜੀ, ਜੀ ਆਇਆਂ ਨੂੰ। ਜਦੋਂ ਅਗਲਾ ਕਵੇ ਵੀ ਜਾਂ ਤੇ ਕਰ ਦੇ, ਨਹੀਂ ਤੇ ਅਸੀਂ ਕਿਤੇ ਹੋਰ ਵੀ ਨਹੀਂ ਕਰਨ ਦੇਣਾ, ਉਹਦੇ ਨਾਲ ਕੋਈ ਬੈਠੇਗਾ? ਇਹੋ ਜਿਹੇ ਬੰਦੇ ਨਾਲ ਅਸੀਂ ਕਹਾਂਗੇ ਤੇਰੇ ਨਾਲ ਰਿਸ਼ਤਾ ਕਿੱਦਾਂ ਕਰ ਦਿਆਂਗੇ? ਆ ਤਾਂ ਧਮਕੀ ਹੈ। ਜਾਂ ਤੇ ਰਿਸ਼ਤਾ ਸਾਡੇ ਨਾਲ ਕਰ, ਨਹੀਂ ਤੇ ਤੈਨੂੰ ਕਿਤੇ ਵੀ ਨਹੀਂ ਕਰਨ ਦੇਣਾ, ਇਹ ਧਮਕੀ ਹੈ। ਇਹੋ ਜਿਹੇ ਬੰਦੇ ਨਾਲ ਕੋਈ ਨਹੀਂ ਬੈਠਦਾ। ਮੇਰੀ ਇਹਨਾਂ ਨਾਲ ਸ਼ੁਰੂ ਤੋਂ ਇਹ ਪ੍ਰੋਬਲਮ ਹੈ। ਇਹ ਮੈਨੂੰ ਜਿੱਥੇ ਵੀ ਮੈਂ ਜਾਣਾ, ਇਹ ਕਹਿੰਦੇ ਵਿਚਾਰ ਕਰ, ਜੇ ਵਿਚਾਰ ਕਰੇਗਾ ਤਾਂ ਦੀਵਾਨ ਲੱਗਣਗੇ, ਜੇ ਵਿਚਾਰ ਨਹੀਂ ਕਰਦਾ ਤਾਂ ਅਸੀਂ ਦੀਵਾਨ ਨਹੀਂ ਲੱਗਣ ਦੇਣੇ। ਇਹ ਧਮਕੀ ਹੈ। ਇਹ ਸੁਭਾਅ ਇਦਾਂ ਦਾ ਜਿਹੜਾ ਇਸ ਐਟੀਟਿਊਡ ਦੀ ਪ੍ਰੋਬਲਮ ਹੈ। ਮੇਰੀ ਇਹਨਾਂ ਨਾਲ ਹੋਰ ਕੋਈ ਪ੍ਰੋਬਲਮ ਨਹੀਂ। ਮੈਂ ਸਦਾ ਹੁਣ 5 ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਜੀ। ਉਹ 5 ਕਿਉਂ? ਉਹ 15 ਬੰਦੇ ਕਮੇਟੀ ਬਣਾ ਲੈਣ, 50 ਬਣਾ ਲੈਣ, ਚੁੱਪ ਕਰਕੇ ਉੱਥੋਂ ਆਉਂਦੇ, ਆ ਕੇ ਮੇਰੇ ਨਾਲ ਅਸੀਂ ਜੀ ਟਾਈਮ ਲੈਣਾ। ਮੈਂ ਕਹਿੰਦਾ ਆਓ ਜੀ ਮਿਲੋ। 15 ਜਣੇ, ਕੱਲ ਪ੍ਰੋਫੈਸਰ ਇੱਥੇ 3-4 ਨੇ ਕੱਲ ਟਾਈਮ ਲਿਆ ਮੇਰੇ ਤੋਂ, ਮਿਲਦੇ ਆ। ਹੁਣ ਮੇਰੇ ਕੋਲ ਆ ਕੇ 15 ਜਣੇ ਗੱਲ ਕਰਦੇ, ਕੈਮਰਾ ਲੈ ਆਉਂਦੇ ਨਾਲ, ਆਪਣੇ ਸਵਾਲ ਰੱਖ ਦਿੰਦੇ, ਮੈਂ ਜਵਾਬ ਦੇ ਦਿੰਦਾ। ਪ੍ਰੋਬਲਮ ਸਾਰੇ ਮੀਡੀਆ 'ਚ ਦੱਸ ਕੇ ਅਸੀਂ ਚੱਲੇ ਆ ਤੇ ਆ ਇੱਥੇ ਅਸੀਂ ਬੈਠੇ ਆ ਪਟਿਆਲੇ, ਇੰਨੀ ਤਰੀਕ ਤੱਕ ਤੂੰ ਇੱਥੇ ਆ ਕੇ ਸਾਡਾ ਜਵਾਬ ਦੇ। ਪ੍ਰੋਬਲਮ ਇਸ ਐਟੀਟਿਊਡ ਦੀ ਹੈ, ਇਸ ਸੁਭਾਅ ਦੀ ਹੈ। ਪਰ ਤੁਹਾਨੂੰ ਇਹ ਨਹੀਂ ਲੱਗਦਾ ਉਹ ਹਰ ਥਾਂ ਤੇ ਤੁਹਾਨੂੰ ਜਾ ਕੇ ਇਹੀ ਗੱਲ ਕਹਿੰਦੇ? ਤੁਸੀਂ ਕਹਿੰਦੇ ਹੋ ਕਿ ਹਰ ਥਾਂ ਤੇ ਉਹ ਤੁਹਾਨੂੰ ਕਹਿੰਦੇ ਆ ਵੀ ਸਾਡੇ ਨਾਲ ਆ ਕੇ ਗੱਲ ਕਰ, ਸਾਨੂੰ ਦੱਸ ਨਾ। ਤੁਹਾਨੂੰ ਇਹ ਨਹੀਂ ਲੱਗਦਾ ਵੀ ਇੱਕ ਵਾਰ ਜੇ ਜਵਾਬ ਦੇ ਦਿੱਤਾ ਜਾਵੇ ਤੇ ਮਸਲਾ ਬਿਲਕੁਲ ਖਤਮ ਹੋ ਸਕਦਾ? ਨਹੀਂ ਜੀ, ਇਹ ਮਸਲਾ ਹੱਲ ਹੋਣ ਦੀ ਗੱਲ ਨਹੀਂ, ਇਹ ਮਸਲਾ ਅਥਾਰਟੀ ਬਣਨ ਦਾ ਆ ਜੀ। ਜਵਾਬ ਤਾਂ ਕਿਤੇ ਵੀ ਨਹੀਂ ਭੱਜ ਰਹੇ। ਹੁਣ ਤੁਸੀਂ ਉਹਨਾਂ ਨੂੰ ਕਹੋ ਵੀ ਜਿੰਨੇ ਸਵਾਲ ਨੇ ਜੀ ਅਸੀਂ ਕਰਨੇ ਆ ਜੀ, ਅਸੀਂ ਸਵਾਲ ਤੁਹਾਡੇ ਪੁੱਛ ਕੇ ਤੁਹਾਨੂੰ ਜਵਾਬ ਦੇ ਦਿਆਂਗੇ। ਸਾਰੀ ਦੁਨੀਆ ਸਾਹਮਣੇ ਕੈਮਰੇ ਅੱਗੇ ਆ ਕੇ ਤੁਹਾਡੇ ਕੋਲ ਆ ਕੇ ਸਵਾਲ ਰੱਖ ਜਾਣ, ਮੈਂ ਆਪਣੇ ਤੁਹਾਡੇ ਸਾਹਮਣੇ ਜਵਾਬ ਦੇ ਦਾਂਗਾ। ਮੈਂ ਸੁਣ ਲੂੰਗਾ ਉਹਨਾਂ ਦੀ ਗੱਲ ਕਿਹੜੀ ਹੈ। ਆਪਾਂ ਇੱਕ ਸਵਾਲ ਚਲਾ ਲੈਂਦੇ ਆ, ਉਹਦਾ ਮੈਂ ਜਵਾਬ ਦੇਣਾ ਵੀ ਮੈਂ ਕਿੱਦਾਂ ਕਹੀਏ। ਪ੍ਰੋਬਲਮ ਇਹ ਨਹੀਂ ਹੈਗੀ ਜੀ, ਪ੍ਰੋਬਲਮ ਹੈਗੀ ਹੈ ਉਹਨਾਂ ਦੇ ਸੁਭਾਅ ਦੀ। ਮੈਂ ਜਿਹੜਾ ਉਹਨਾਂ ਨੂੰ ਸਵਾਲ ਕੀਤਾ ਆ ਵੀ ਜਿਹੜੀ ਅਕਾਲ ਤਖਤ ਸਾਹਿਬ ਦੀ ਸਿਸਟਮ ਹੈ, ਉਹ ਸਿਸਟਮ ਨੇ ਗਿਆਨੀ ਗੁਰਬਚਨ ਸਿੰਘ ਨੂੰ ਕਿਉਂ ਨਹੀਂ ਕਦੇ 5 ਮੈਂਬਰੀ ਕਮੇਟੀ ਬਣਾਈ? ਵੀ ਤੁਸੀਂ ਸਰਸੇ ਵਾਲੇ ਨੂੰ ਮਾਫ ਕਿਉਂ ਕੀਤਾ? ਤੁਸੀਂ ਬਾਬਿਆਂ ਤੇ ਅੱਜ ਤੱਕ ਕਮੇਟੀ ਕਿਉਂ ਨਹੀਂ ਬਣਾਈ ਵੀ ਤੁਸੀਂ ਆਪੋ ਆਪਣੀ ਮਰਿਆਦਾ ਅਕਾਲ ਤਖਤ ਦੇ ਬਰਾਬਰ ਕਿਉਂ ਬਣਾ ਲਈ ਹੈ? ਤੁਸੀਂ ਆਪੋ ਆਪਣੇ ਅੰਮ੍ਰਿਤ ਵੰਡ ਲਏ ਹੈ। ਅੱਜ ਤੁਸੀਂ ਅੰਮ੍ਰਿਤ ਛਕਣਾ, ਅਗਲਾ ਕਹਿੰਦਾ ਕਿਹੜਾ? ਅਕਾਲ ਤਖਤ ਵਾਲਾ, ਨਾਨਕਸਰ ਵਾਲਾ, ਰਾੜਾ ਸਾਹਿਬ ਵਾਲਾ, ਟਕਸਾਲ ਵਾਲਾ, ਕਿ ਨਿਹੰਗਾਂ ਵਾਲਾ, ਕਿ ਹਜੂਰ ਸਾਹਿਬ ਵਾਲਾ? ਕਿਹੜਾ ਅੰਮ੍ਰਿਤ ਛਕਣਾ? ਅੰਮ੍ਰਿਤ ਵੀ ਵੰਡ ਲਏ। ਅਗਲਾ ਕਹਿੰਦਾ ਮੈਂ ਨਿਤਨੇਮ ਵਾਲੀ ਪੋਥੀ ਦਿਓ, ਕਹਿੰਦੇ ਕਿਹੜੀ? ਟਕਸਾਲ ਵਾਲੀ, ਅਕਾਲ ਤਖਤ ਵਾਲੀ, ਕਿ ਨਾਨਕਸਰ ਵਾਲੀ ਮਰਿਆਦਾ? ਮਤਲਬ ਨਿਤਨੇਮ ਵੀ ਵੱਖਰਾ, ਸਾਰਾ ਕੁਝ ਬਾਟਾ ਵੰਡ ਲਿਆ, ਮਰਿਆਦਾ ਵੰਡ ਲਈ, ਤੇ ਉਸ ਤੋਂ ਬਾਅਦ ਉਹਨਾਂ ਲਈ ਕੋਈ ਕਮੇਟੀ ਨਹੀਂ, ਕਿਉਂਕਿ ਆਪਣਿਆਂ ਦੀਆਂ ਕੱਛ 'ਚ ਤੇ ਦੂਜਿਆਂ ਦੀਆਂ ਹੱਥ 'ਚ। ਮੇਰੀ ਹਰ ਗੱਲ ਹੀ ਵਿਵਾਦ ਲੱਗਦੀ ਹੈ। ਪ੍ਰੋਬਲਮ ਆ ਵੀ ਜਿਹੜਾ ਇਹ ਸਦਾ ਵਿਚਾਰ ਕਰਨ, ਗੱਲ ਕਰਨ, ਪਰ ਉਹਨਾਂ ਨੂੰ ਵੀ ਤੇ ਪੁੱਛਣ ਨਾ ਕਦੇ। ਅੱਜ ਤੱਕ ਸਾਨੂੰ ਤਾਂ ਸ਼ਬੀਲ ਲਾ ਕੇ ਬੰਦਾ ਮਾਰਿਆ, ਇੱਕ ਵਾਰ ਸਵਾਲ ਨਹੀਂ ਪੁੱਛਿਆ ਵੀ ਯਾਰ ਸ਼ਬੀਲ ਕਿਉਂ ਬਦਨਾਮ ਕੀਤੀ, ਸ਼ਬੀਲ ਕਿਉਂ ਬਦਨਾਮ ਕੀਤੀ, ਇਹ ਗਲਤ ਕੰਮ ਕੀਤਾ। ਇੱਕ ਵਾਰ ਸਟੇਟਮੈਂਟ ਦੇ ਦਿੰਦੇ, ਜਥੇਦਾਰ ਅੱਜ ਸਟੇਟਮੈਂਟ ਦਵੇ ਵੀ ਆ ਬਾਬੇ ਹਰਨਾਮ ਸਿੰਘ ਧੁੰਮੇ ਨੇ ਬੰਦੇ ਮਾਰਨ ਵਾਸਤੇ, ਗਲਤ ਹੈ ਯਾਰ, ਉਹਦਾ ਆਪਣਾ ਓਪੀਨੀਅਨ ਹੈ, ਤੁਸੀਂ ਬੰਦਾ ਕਿਉਂ ਮਾਰਨ ਭੇਜਤਾ ਸੀ? ਅੱਜ ਇੱਕ ਸਟੇਟਮੈਂਟ ਦਿੰਦੇ, ਮੈਂ ਲੰਮਾ ਪੈ ਕੇ ਜਾਂਦਾ ਉੱਥੇ, ਡੰਡੌਤਾਂ ਕਰਦਾ ਚਲੇ ਜਾਂਦਾ ਵੀ ਹਾਂ ਇਹ ਫੇਰ ਕਰਦੇ ਆ। ਇਹ ਸਾਰਿਆਂ ਨੂੰ ਗੱਲ ਨਾਲ ਲਾਉਣ ਵਾਲੀ ਗੱਲ ਹੈ, ਉਹ ਹੈ ਹੀ ਨਹੀਂ ਉੱਥੇ। ਜਥੇਦਾਰ ਸਾਹਿਬ ਨੇ 5 ਮੈਂਬਰੀ ਕਮੇਟੀ ਬਣਾਈ, ਹਾਂਜੀ, ਤੁਹਾਨੂੰ ਪਟਿਆਲੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੱਦਿਆ ਜੀ, ਤੁਸੀਂ ਅਮਰੀਕਾ ਗਏ ਹੋਏ ਸੀ, ਤੁਸੀਂ ਜਾਂਦੇ ਜਾਂਦਿਆਂ ਨੇ ਇੱਕ ਵੀਡੀਓ ਬਣਾਈ, ਬਿਲਕੁਲ, ਉਸ ਵੀਡੀਓ ਦੀ ਬੜੀ ਚਰਚਾ ਛਿੜੀ, ਹਾਂਜੀ, ਉਹਦੇ ਵਿੱਚ ਤੁਸੀਂ ਬੜੀਆਂ ਗੱਲਾਂ ਕਹੀਆਂ ਕਿ ਜੇਕਰ ਇੱਥੇ ਹੁੰਦੇ ਤਾਂ ਵੀ ਨਹੀਂ ਸੀ ਮਿਲਣਾ, ਬਿਲਕੁਲ ਨਹੀਂ ਸੀ ਜਾਣਾ, ਤੇ ਮੈਨੂੰ ਪਤਾ ਕਿ ਇਹ ਕੀ ਲੋਚਦੇ ਆ ਤੇ ਕੀ ਕਰਨਾ ਇਹਨਾਂ ਨੇ। ਹਾਂਜੀ, ਤੁਸੀਂ ਵਾਰ-ਵਾਰ ਇੱਕ ਗੱਲ ਕਹਿ ਰਹੇ ਹੋ ਕਿ ਪੰਥ ਦੇ ਵਿੱਚੋਂ ਕੱਲ ਨੂੰ ਛੇਕਣ ਦੀ ਥਾਂ ਤੇ ਅੱਜ ਛੇਕ ਦਿਓ, ਬਿਲਕੁਲ, ਤੇ ਇਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਚੁਣੌਤੀ 'ਚ ਵਾਧਾ ਹੋ ਸਕਦਾ? ਨਹੀਂ, ਚੁਣੌਤੀ ਦੀ ਪ੍ਰੋਬਲਮ ਇਹ ਹੈ ਨਾ ਜੀ ਵੀ ਇਸ ਤੋਂ ਅੱਗੇ ਕੀ ਹੋ ਸਕਦਾ ਵੀ ਤੁਸੀਂ ਪੰਥ ਚੋਂ ਬਾਹਰ ਕੱਢ ਦਿਓਗੇ, ਕਿਉਂਕਿ ਅੱਜ ਤੱਕ ਇੱਕ ਵੀਰ ਜੀ ਗੱਲ ਇਹ ਹੈ ਵੀ ਜਿਹੜਾ ਨਾ ਕਿਸੇ ਸਮੇਂ ਵਿੱਚ ਜਦੋਂ ਸੀ ਸਮਾਂ ਡਿਕਟੇਟਰਸ਼ਿਪ ਦਾ, ਉਦੋਂ ਬੰਦਾ ਮਾਰ ਦਿੱਤਾ ਜਾਂਦਾ ਸੀ ਸਿੱਧਾ ਹੀ ਜੀ। ਜਦੋਂ ਆ ਗਈ ਡੈਮੋਕ੍ਰੇਸੀ, ਹੁਣ ਬੰਦਾ ਸਿੱਧਾ ਨਹੀਂ ਮਾਰਿਆ ਜਾਣਾ।
ਪਰ ਬੰਦੇ ਨੂੰ ਮਾਰਨਾ ਹੈ। ਮਾਰਤੀ ਕਤਲ ਨਹੀਂ ਹੁਣ ਹੋ ਸਕਣਾ ਜੀ। ਹੁਣ ਕੀ ਇਹ ਬੰਦੇ ਨੂੰ ਮਾਰਨਾ ਆ, ਤੇ ਮਾਰਨ ਵਾਸਤੇ ਕੀ ਕਰਨਾ ਹੈ? ਉਹਦਾ ਬਾਈਕਾਟ ਕਰ ਦਿਓ, ਉਹਨੂੰ ਛੇਕ ਦਿਓ, ਮਰ ਗਿਆ, ਖਤਮ ਹੋ ਗਿਆ। ਰਾਜਨੀਤਿਕ ਸਮਾਜਿਕ ਰੋਟੀ ਬੇਟੀ ਦੇ ਉਹਦੇ ਨਾਲ ਕੋਈ ਸਾਂਝ ਹੀ ਨਾ ਕਰੇ, ਬੰਦਾ ਜ਼ੀਰੋ ਹੋ ਗਿਆ, ਉਹ ਤਾਂ ਮਰਿਆ ਤੋਂ ਵੀ ਭੈੜਾ ਹੋ ਗਿਆ। ਇਹ ਇੱਕ ਢਾਂਚਾ ਬਣਾਇਆ ਗਿਆ ਆ। ਜਿਹੜੇ ਜਿਹੜੇ ਸਿੱਖ ਵਿਦਵਾਨਾਂ ਨੂੰ ਪੰਥ ਚੋਂ ਛੇਕਿਆ ਗਿਆ, ਬੈਕ ਤੇ ਜਾ ਕੇ ਵੇਖੋ, ਉਦੋਂ ਮੀਡੀਆ ਹੈ ਨਹੀਂ ਸੀ, ਉਹਨਾਂ ਦੀਆਂ ਕੋਈ ਇੰਟਰਵਿਊ ਨਹੀਂ ਆਈਆਂ, ਕਾਲੇ ਫਗਾਨੇ ਵਰਗਿਆਂ ਦੀਆਂ ਇੰਟਰਵਿਊ ਨਹੀਂ ਆਈਆਂ ਵੀ ਉਹਨਾਂ ਨੂੰ ਪ੍ਰੋਬਲਮ ਕੀ ਹੋਈ ਸੀ। ਜਦੋਂ ਅਸੀਂ ਅੱਜ ਉਹਨਾਂ ਦੀਆਂ ਇੰਟਰਵਿਊ ਸੁਣੀਏ ਜਾਂ ਉਹਨਾਂ ਦੀਆਂ ਕਿਤਾਬਾਂ ਪੜ੍ਹੀਏ ਤੇ ਸਾਨੂੰ ਪਤਾ ਲੱਗਣਾ ਹੈ ਉਹਨਾਂ ਨੇ ਸਿਰਫ ਇਸ ਸਿਸਟਮ ਤੇ ਸਵਾਲ ਕੀਤੇ ਸੀ। ਇਹਨਾਂ ਉੱਤੇ ਜਿਹੜਾ ਵੀ ਸਵਾਲ ਕਰਦਾ ਉਹਨੂੰ ਇਸੇ ਤਰ੍ਹਾਂ ਛੇਕ ਕੇ ਉਹਨੂੰ ਜ਼ੀਰੋ ਕਰ ਦਿੱਤਾ ਜਾਂਦਾ ਹੈ। ਤੇ ਮੈਂ ਆਪਣੀ ਗੱਲ ਕਹੀ ਹੈ ਵੀ ਜੋ ਮੈਂ ਕਹਿ ਰਿਹਾ ਉਹ ਗਲਤ ਨਹੀਂ ਕਹਿ ਰਿਹਾ, ਤੁਸੀਂ ਮੈਨੂੰ ਕੱਢਣਾ ਚਾਹੁੰਦੇ ਹੋ ਤਾਂ ਕੱਢ ਦਿਓ। ਮੈਨੂੰ ਘੱਟ ਤੋਂ ਘੱਟ ਇਹ ਲੱਗਦਾ ਸੀ ਵੀ ਇੱਕ ਜਦੋਂ ਅੱਜ ਮੈਨੂੰ ਇਹ ਕੱਢਦੇ ਆ ਤਾਂ ਘੱਟ ਤੋਂ ਘੱਟ ਤੁਸੀਂ ਆਏ ਆ, ਹੋਰ ਪੱਤਰਕਾਰ ਆਉਣਗੇ, ਘੱਟ ਤੋਂ ਘੱਟ ਮੈਂ ਆਪਣੀ ਗੱਲ ਤੇ ਰੱਖਾਂਗਾ, ਮੈਨੂੰ ਪਤਾ ਤਾਂ ਲੱਗੇਗਾ ਵੀ ਇਹ ਸਿਸਟਮ ਹੈ ਜਿਹੜਾ ਕਿਵੇਂ ਇੱਕ ਰਾਜਨੀਤਿਕ ਢਾਂਚੇ ਦੇ ਅੰਡਰ ਕੰਮ ਕਰਦਾ, ਕਿਵੇਂ ਬੰਦਿਆਂ ਨੂੰ ਜਿਹੜੇ ਆਪਣੇ ਨੇ ਉਹਨਾਂ ਨੂੰ ਕਿਵੇਂ ਗੱਲ ਨਾਲ ਲਾਉਂਦੇ ਨੇ, ਕਿਵੇਂ ਉਹਨਾਂ ਨੂੰ ਅਵਾਰਡ ਦਿੰਦੇ ਨੇ ਤੇ ਕਿਵੇਂ ਦੂਜੇ ਬੰਦੇ ਨੂੰ ਚੱਕ ਕੇ ਬਾਹਰ ਸਿੱਟਦੇ ਨੇ। ਘੱਟ ਤੋਂ ਘੱਟ ਇਹ ਸਿਸਟਮ ਨੰਗਾ ਹੋਵੇ ਜੋ ਚੱਲ ਰਿਹਾ, ਪਰਦੇ ਦੇ ਵਿੱਚ ਚੱਲ ਰਿਹਾ, ਬੜੇ ਭੈੜੇ ਤਰੀਕੇ ਨਾਲ ਚੱਲ ਰਿਹਾ। ਇਹ ਸਿਸਟਮ ਨੰਗਾ ਹੋਣ ਵਾਸਤੇ ਮੈਂ ਆਪਣੀਆਂ ਸਟੇਜਾਂ, ਆਪਣੀ ਬੱਲੇ ਬੱਲੇ, ਆਪਣਾ ਸਾਰਾ ਕੁਝ ਦਾਅ ਤੇ ਲਾਉਣ ਨੂੰ ਤਿਆਰ ਆ, ਪਰ ਘੱਟ ਤੋਂ ਘੱਟ ਲੋਕਾਂ ਦੇ ਅੰਦਰੋਂ ਇਹ ਦਹਿਲ ਨਿਕਲੇ, ਇਹ ਡਰ ਨਿਕਲੇ ਜਿਹੜਾ ਇਹਨਾਂ ਦਾ ਡਰ ਬੈਠਾ ਹੋਇਆ। ਪਰ ਵੀਰ ਜੀ, ਕਹਿਣ ਵਾਲੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇਹ ਤੁਹਾਡੀਆਂ ਤੇ ਉਹਨਾਂ ਦੀਆਂ ਆਪਸੀ ਕੋਈ ਨਿੱਜੀ ਕਿਹੜਾ ਨੇ ਜਿਨ੍ਹਾਂ ਨੂੰ ਸਿਰਫ ਇੱਕ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਤੇ ਇੱਕ ਦੂਜੇ ਨੂੰ ਸਿਰਫ ਭੰਡਿਆ ਜਾ ਰਿਹਾ। ਇਹ ਮਸਲੇ ਪਰਸਨਲ ਨੇ ਪਰ ਇਹਨੂੰ ਧਾਰਮਿਕ ਬਣਾ ਦਿੱਤਾ। ਨਹੀਂ ਭੈਣ ਜੀ, ਇਦਾਂ ਆ, ਦੇਖੋ ਨਿੱਜੀ ਕਿਹੜਾ ਤਾਂ ਆ ਵੀ ਮੈਂ ਉਹਨਾਂ ਦੇ ਪ੍ਰੋਗਰਾਮ ਰੋਕਣ ਗਿਆ ਆ, ਮੈਂ ਉਹਨਾਂ ਦਾ ਰੋਜ਼ ਇਦਾਂ ਵਿਰੁੱਧ ਬੋਲ ਰਿਹਾ ਆ, ਮੈਨੂੰ ਤਾਂ ਪ੍ਰੋਗਰਾਮ ਕਰਨ ਤੋਂ ਰੋਕਦੇ ਨੇ, ਜਿੱਥੇ ਮੈਂ ਜਾਣਾ ਉੱਥੇ ਆ ਕੇ ਖੜੇ ਹੋ ਜਾਂਦੇ ਨੇ, ਕਿਉਂਕਿ ਅੱਜ ਤੱਕ ਉਹਨਾਂ ਦਾ ਧੱਕਾ ਚੱਲਦਾ ਆਇਆ। ਅੱਜ ਤੱਕ ਨਾ ਇੱਕ ਹੀ ਗਰੁੱਪ ਸੀ, ਅੱਜ ਤੱਕ ਟਕਸਾਲ ਦਾ ਜਿਹੜਾ ਸਾਰਾ ਦਬਦਬਾ, ਅਕਾਲ ਤਖਤ ਦੇ ਉੱਤੇ ਹੈੱਡ ਗ੍ਰੰਥੀ, ਪ੍ਰਚਾਰਕ, ਜਥੇਦਾਰ, ਇਹਨਾਂ ਦੇ ਬੰਦੇ ਹੀ ਤਾਂ ਬਣਦੇ ਆ, ਇਹਨਾਂ ਨੇ ਪੜ੍ਹਾਏ ਆ, ਜਿਨ੍ਹਾਂ ਨੂੰ ਪੜ੍ਹਾਇਆ ਉੱਥੇ ਜਥੇਦਾਰ ਲੱਗ ਗਏ। ਹੁਣ ਇੱਕ ਕੀ ਹੋਇਆ ਭੈਣ ਜੀ ਕਿ ਇੱਕ ਗਰੁੱਪ 95 ਹੈ, ਇੱਕ 5 ਹੈ, ਪ੍ਰੈਕਟੀਕਲ ਸੋਚਣ ਵਾਲੇ ਹੈਗੇ ਆ, ਦਬਦਬਵੀਂ ਆਵਾਜ਼ ਘੱਟ ਸੀ, ਥੋੜੇ ਸੀ। ਹੁਣ ਕੀ ਹੋ ਗਿਆ, ਹੁਣ ਉਹ ਜਿਹੜਾ 5 ਵਾਲਾ ਗ੍ਰਾਫ ਹੈ ਨਾ ਜੀ, ਉਹ 30 ਤੇ ਆ ਗਿਆ, ਤੇ ਜਿਹੜਾ ਆ 95 ਸੀ ਇਹ ਹੌਲੀ ਹੌਲੀ 65 ਤੇ ਆ ਗਿਆ। ਇੱਥੇ ਪਿੱਟ ਸਿਆਪਾ ਪੈ ਗਿਆ, ਕਹਿੰਦੇ ਦਫੌੜ ਪੈ ਗਿਆ, ਕੌਮ ਚ ਫੁੱਟ ਪੈ ਗਈ, ਰੌਲਾ ਪੈ ਗਿਆ। ਕਿਉਂਕਿ ਕੋਈ ਹੈ ਨਹੀਂ ਸੀ ਸਵਾਲ ਪੁੱਛਣ ਵਾਲਾ, ਇਹ ਜੋ ਮਨ ਆਈਆਂ ਕਰਦੇ ਸੀ, ਮਰਜ਼ੀਆਂ ਕਰਦੇ ਸੀ, ਕੋਈ ਇਹਨਾਂ ਨੂੰ ਪੁੱਛਦਾ ਨਹੀਂ। ਹੁਣ ਕੀ ਹੈ ਕਿ ਪਿਛਲੇ 5 ਸਾਲਾਂ 7 ਸਾਲਾਂ ਵਿੱਚ ਸੋਸ਼ਲ ਮੀਡੀਆ ਆ ਗਿਆ, WhatsApp ਆ ਗਿਆ, ਹਰ ਗੱਪ, ਹਰ ਝੂਠ ਸਾਹਮਣੇ ਆਉਣ ਲੱਗ ਗਿਆ। ਬੱਚਾ ਅੱਜ ਉਹਨਾਂ ਦੇ ਸਾਹਮਣੇ ਆ ਰਿਹਾ ਤੇ ਉਸ ਕਰਕੇ ਨੰਗੇ ਹੋ ਰਹੇ ਆ। ਸਪਸ਼ਟ ਗੱਲ ਇਹ ਹੈ। ਇਸ ਕਰਕੇ ਇਹ ਜੀ ਨਿੱਜੀ ਕਿਹੜਾ ਆ, ਏਦਾਂ ਆ, ਖੁੱਲ ਕੇ ਸਪਸ਼ਟ ਮੈਂ ਗੱਲ ਕਰ ਰਿਹਾ। ਜਿਹੜੀ ਵੀ ਗੱਲ ਉਹ ਬਸ ਮਾੜੀ ਜੀ ਮੈਂ ਗੱਲ ਕਰਦਾ ਉਸੇ ਵੇਲੇ ਏਦਾਂ ਕਹਿਤਾ ਜੀ ਇਹਨੇ ਦਫਾੜ ਪੈ ਗਈ, ਕੌਮ 'ਚ ਫੁੱਟ ਪੈ ਗਈ। ਕੌਮ 'ਚ ਫੁੱਟ ਨਹੀਂ ਪਈ, ਇੱਕ ਜੂਲਾ ਲੋਕਾਂ ਦੇ ਉੱਤੇ ਪਾਇਆ। ਲੋਕ ਇਹਨਾਂ ਦੇ ਜੂਲੇ ਚੋਂ, ਚੁੰਗਲ ਚੋਂ ਨਿਕਲ ਰਹੇ ਐ। ਇਹਨਾਂ ਨੂੰ ਲੱਗ ਰਿਹਾ ਵੀ ਸਾਡੇ ਅੱਗੇ ਅੰਡਰ ਸੀ, ਸਾਰੇ ਸਾਥੋਂ ਡਰਦੇ ਸੀ, ਹੁਣ ਨਿਕਲ ਰਹੇ ਆ। ਉਸੇ ਨੂੰ ਇਹ ਕਹਿ ਰਹੇ ਆ ਜੀ ਕੌਮ ਫੁੱਟ ਪੈ ਗਈ। ਜਿਹੜੇ ਸਾਡੇ ਅੰਡਰ ਰਹੋ ਤਾਂ ਕੌਮ ਇੱਕ ਹੈ, ਸਾਡੇ ਤੋਂ ਬਾਹਰ ਨਿਕਲ ਗਏ ਤਾਂ ਕੌਮ 'ਚ ਫੁੱਟ ਪੈ ਗਈ। ਸਵਾਲ ਪੁੱਛੋਗੇ ਤਾਂ ਕੌਮ 'ਚ ਫੁੱਟ ਪੈ ਗਈ। ਸੱਤ ਬਚਨ ਕਹੀ ਜਾਓ ਤਾਂ ਕੌਮ ਇੱਕ ਹੈ। ਆਹ ਇਹਨਾਂ ਦੀ ਪ੍ਰੋਬਲਮ ਹੈ ਜੀ। ਇੱਕ ਨਾ ਸਵਾਲ ਹੋਰ ਢੱਡੀਆਂ ਵਾਲਾ ਸਾਹਿਬ ਦਿਮਾਗ ਦੇ ਵਿੱਚ ਆਉਂਦਾ ਕਿ ਤੁਸੀਂ ਤਰਕ ਦੇ ਨਾਲ ਗੱਲ ਕਰਦੇ ਹੋ। ਹਾਂਜੀ। ਤੇ ਚਲੋ 1 2 3 ਜਥੇਬੰਦੀਆਂ ਤੁਹਾਡੇ ਖਿਲਾਫ ਆ, ਕਿਸੇ ਵੀ ਕਾਰਨ ਕਰਕੇ ਆ, ਉਹ ਚਲੋ ਕਾਰਨ ਅਸੀਂ ਇੱਕ ਪਾਸੇ ਰੱਖ ਦਿੰਦੇ ਆ। ਹਾਂਜੀ। ਪਰ ਪੰਜਾਬ ਦੇ ਵਿੱਚ ਤਾਂ ਜਥੇਬੰਦੀਆਂ ਇੰਨੀਆਂ ਜਿਹੜੀਆਂ ਗਿਣੀਆਂ ਹੀ ਨਹੀਂ ਜਾਂਦੀਆਂ। ਹਾਂਜੀ। ਤੇ ਇਹ ਵਧਣੀਆਂ ਹੀ ਆ, ਉਹਦੇ ਸਮੇਂ 'ਚ ਘਟਣੀਆਂ ਤਾਂ ਹੈ ਨਹੀਂ। ਇਸ ਗੱਲ ਦੀ 4 ਬੰਦੇ ਇਕੱਠੇ ਹੋ ਜਾਂਦੇ, ਜਥੇਬੰਦੀ ਬਣ ਜਾਂਦੀ। ਪਰ ਉਹਨਾਂ ਦੇ ਵਿੱਚੋਂ ਕਿੰਨੇ ਫੀਸਦੀ ਆ ਜਿਹੜੇ ਤੁਹਾਡੇ ਨਾਲ ਕਹਿੰਦੇ ਵੀ ਧਿਰ ਬਣ ਕੇ ਖੜਦੇ ਅਸੀਂ, ਜਿਹੜੇ ਕਹਿੰਦੇ ਵੀ ਨਹੀਂ ਤੁਸੀਂ ਬਿਲਕੁਲ ਦਰੁਸਤ ਹੋ, ਤੁਸੀਂ ਆਪਣੀ ਗੱਲ ਤਰਕ ਨਾਲ ਪੇਸ਼ ਕੀਤੀ, ਅਸੀਂ ਹਿੱਕ ਡਾਹ ਕੇ ਤੁਹਾਡੇ ਨਾਲ ਖੜਾਂਗੇ, ਉਹ ਕਿਉਂ ਨਹੀਂ ਬੋਲ ਰਹੇ? ਹਾਂ ਨਹੀਂ ਜੀ, ਮੇਰਾ ਖਿਆਲ ਹੈ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ ਉਹ ਨਹੀਂ ਬੋਲਣਗੀਆਂ, ਕਿਉਂਕਿ ਉਹ ਰੱਬ ਵਾਲਾ ਢਾਂਚਾ ਨਾਲ ਲੈ ਕੇ ਚੱਲਦੇ ਆ। ਮੈਂ ਬੇਨਤੀ ਇਹ ਕਰਦਾ ਵੀ ਅਸੀਂ ਇਹ ਮੰਨਦੇ ਆ, ਆਪਾਂ ਅੱਗੇ ਵੀ ਗੱਲ ਕਰਦੇ ਸੀ, ਇੱਕ ਹੈ ਵੱਖਰਾ ਰੱਬ ਬੈਠਾ, ਆਪਾਂ ਕਹਿੰਦੇ ਆ ਸਾਰਾ ਕੁਝ ਪ੍ਰਮਾਤਮਾ ਦਾ ਹੀ ਰੂਪ ਹੈ, ਆਪਾਂ ਸਾਰੇ ਰੱਬ ਦਾ ਰੂਪ ਆ। ਸਾਨੂੰ ਗੁਰੂ ਸਾਹਿਬ ਨੇ ਕਿਹਾ ਬਲਿਹਾਰੀ ਕੁਦਰਤ ਵਸਿਆ, ਤੇ ਕੁਦਰਤ ਚ ਤੁਸੀਂ ਵੀ ਆਉਂਦੇ ਆ, ਮੈਂ ਵੀ ਆਉਣਾ। ਸੋ ਜਿਹੜੀਆਂ ਧਾਰਮਿਕ ਜਥੇਬੰਦੀਆਂ ਨੇ
ਔਰ ਉਹ ਢਾਂਚਾ ਨਾਲ ਲੈ ਕੇ ਚੱਲਣਗੀਆਂ, ਕਿਉਂਕਿ ਉਹਨਾਂ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ। ਉਹ ਨਹੀਂ ਸਪੋਰਟ ਕਰਦੀਆਂ, ਨਾ ਉਹਨਾਂ ਨੇ ਕਰਨੀ ਹੈ। ਕੁਛ ਕੁ ਬੰਦੇ ਹੈਗੇ ਆ, ਸੰਗਤ ਜਿਹੜੀ ਹੈ ਨਾ ਜੀ, ਸੰਗਤ ਵਿੱਚ ਜੇ ਤੁਸੀਂ ਦੇਖੋਗੇ, ਤੁਸੀਂ ਕੈਮਰਾ ਲੈ ਕੇ ਜੇ ਸੰਗਤ ਵਿੱਚ ਜਾਓ ਤੇ ਸੰਗਤ ਵਿੱਚ ਬਹੁਤੀ ਪ੍ਰੋਬਲਮ ਨਹੀਂ ਹੈਗੀ। ਉਹ ਕੁਝ ਬੰਦੇ ਹੈਗੇ ਆ, ਉਹ ਵਿਰੋਧ ਕਰਦੇ ਆ। ਪਰ ਤੁਹਾਨੂੰ ਇਉਂ ਨਹੀਂ ਲੱਗਦਾ ਵੀ ਜੇ ਪ੍ਰਚਾਰਕ ਹੀ ਪ੍ਰਚਾਰਕ ਦੇ ਨਾਲ ਇਸ ਵੇਲੇ ਜਿੱਦਾਂ ਭਿੜ ਰਹੇ ਨੇ ਹਨਾ, ਜੇ ਇਦਾਂ ਹੀ ਭਿੜਦੇ ਰਹਿਣਗੇ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਵੇਲੇ ਰਾਹ ਦਿਖਾਉਣ ਦੀ ਲੋੜ ਹੈ, ਇੱਕ ਸਹੀ ਰਸਤੇ ਦੇ ਉੱਪਰ ਤੋਰਨ ਦੀ ਲੋੜ ਹੈ, ਉਹਨੂੰ ਕਿਤੇ ਨਾ ਕਿਤੇ ਤੋਰਨ ਦੇ ਵਿੱਚ ਔਖਿਆਈ ਨਹੀਂ। ਨੌਜਵਾਨ ਭੈਣ ਜੀ ਇਹ ਤਾਂ ਸੋਚੂਗਾ ਨਾ ਵੀ ਗੱਲ ਠੀਕ ਕਿਹੜੀ ਹੈ ਜੀ। ਇੱਕ ਬੰਦਾ ਕਹਿ ਰਿਹਾ ਇੱਥੇ ਆਓ, ਪਾਥੀਆਂ ਚੜਾਓ, ਪੁੱਤ ਮਿਲਦਾ, ਇਹ ਵੀ ਪ੍ਰਚਾਰਕ ਹੈ। ਇੱਕ ਪ੍ਰਚਾਰਕ ਕਹਿ ਰਿਹਾ ਧੀ ਤੇ ਪੁੱਤ ਚ ਕੋਈ ਫਰਕ ਨਹੀਂ ਹੁੰਦਾ। ਇੰਨਾ ਤਾਂ ਨੌਜਵਾਨ ਵੀ ਨਹੀਂ ਕਮਲਾ ਨਾ, ਉਹ ਵੇਖੇ ਵੀ ਠੀਕ ਕੀ ਹੈ। ਮਤਲਬ ਇੱਕ ਕਹਿ ਰਿਹਾ ਇੱਥੇ ਤੁਸੀਂ ਆਓਗੇ, ਇੱਥੇ ਨਹਾਓਗੇ, ਇੱਥੇ ਮੁੰਡੇ ਮਿਲਦੇ ਐ, ਇੱਥੋਂ ਮੁੰਡਿਆਂ ਦੀਆਂ ਦਾਤਾਂ ਲਓ। ਮੈਂ ਕਹਿੰਦਾ ਉਦੋਂ ਵੱਧ ਕੇਸ ਤਾਂ ਇਹਨਾਂ ਤੇ ਕਰਨੇ ਚਾਹੀਦੇ, ਬਾਬਿਆਂ ਤੇ ਜਿਹੜੇ ਮੁੰਡੇ ਦਿੰਦੇ ਆ, ਜਿਹੜੇ ਕਹਿੰਦੇ ਭਰੂਣ ਹੱਤਿਆ ਦਾ। ਇਹ ਨਹੀਂ ਲੜਕੀਆਂ ਖਤਮ ਹੋ ਰਹੀਆਂ, ਜਿਵੇਂ ਲੜਕੀਆਂ ਖਤਮ ਹੋ ਰਹੀਆਂ ਤੇ ਇਦਾਂ ਵੀ ਹੋ ਰਹੀਆਂ। ਤੇ ਉਹ ਕੀ ਹੈ ਕਿ ਜਿਹੜਾ ਵੀ ਨੌਜਵਾਨ ਉਹਨਾਂ ਨੂੰ ਸੁਣੇ, ਚਾਹੇ ਮੈਨੂੰ ਸੁਣੇ, ਉਹ ਇੰਨਾ ਕੁ ਤਾਂ ਦੁਬਦਾ ਚ ਜਾ ਰਿਹਾ ਹੈ, ਉਹਦੇ ਅੰਦਰ ਪਰੇਸ਼ਾਨ ਹੈ ਉਹ ਵੀ ਹੁਣ ਮੈਂ ਕੀ ਕਰਾਂ, ਹੁਣ ਕਿੱਧਰ ਜਾਵਾਂ। ਉਹਨੂੰ ਪਤਾ ਲੱਗਣਾ ਚਾਹੀਦਾ ਵੀ ਠੀਕ ਕੀ ਹੈ। ਇੱਕ ਘੋੜੇ ਦੀ ਗੱਲ ਕਰਦਾ, ਇੱਕ ਅੱਜ ਮੋਟਰਸਾਈਕਲ ਦੀ ਗੱਲ ਕਰਦਾ, ਸਾਡੇ ਲਈ ਠੀਕ ਕੀ ਹੈ। ਹਾਂਜੀ, ਇਹਨਾਂ ਨੌਜਵਾਨ ਨੂੰ ਆਪ ਸਮਝਣਾ ਪੈਣਾ, ਇਹਨਾਂ ਆਮ ਲੋਕਾਂ ਨੂੰ ਆਪ ਸਮਝਣਾ ਪੈਣਾ ਵੀ ਸਾਨੂੰ ਮੋਟੀਵੇਟ ਕੌਣ ਕਰ ਰਿਹਾ ਜੀ। ਵੀ ਤੁਹਾਡੇ ਚ ਪਰਮਾਤਮਾ ਹੈ, ਸਾਰੇ ਫੈਸਲੇ ਤੁਸੀਂ ਆਪ ਲੈਣੇ ਆ। ਗੁਰਬਾਣੀ ਨੇ ਸਾਨੂੰ ਇਹ ਗੱਲ ਦੱਸੀ ਹੈ ਵੀ ਆਪੇ ਦੀ ਪਛਾਣ ਕਰੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਉਹਦੀ ਰੂਪ ਹੈ, ਆਪਣੇ ਆਪ ਨੂੰ ਪਛਾਣੋ। ਜੋ ਫੈਸਲੇ ਲੈਣੇ ਨੇ ਤੁਸੀਂ ਲੈਣੇ ਨੇ, ਜੋ ਕੰਮ ਕਰਨੇ ਨੇ ਤੁਸੀਂ ਕਰਨੇ ਨੇ। ਹੁਣ ਇੱਕ ਕਹਿ ਰਹੇ ਆ ਕਿ ਮੰਗਤੇ ਬਣੋ, ਤਰਲੇ ਲਓ, ਚਾਹੇ ਤਾਂ ਤੁਸੀਂ ਕਿਸੇ ਕਬਰ ਦੇ ਲਓ, ਚਾਹੇ ਪੀਰਾਂ ਦੇ ਲਓ, ਚਾਹੇ ਦੇਵੀ ਦੇਵਤਿਆਂ ਦੇ ਲਓ, ਤੇ ਚਾਹੇ ਰੱਬ ਦੇ ਲਓ, ਗੱਲ ਤਾਂ ਇੱਕੋ ਹੀ ਹੈ। ਮੰਗਤਾ ਤਾਂ ਬਣ ਗਿਆ ਨਾ, ਡਿਪੈਂਡ ਹੋ ਗਿਆ ਨਾ ਕਿਸੇ ਤੇ। ਗੁਰਬਾਣੀ ਕਹਿੰਦੀ ਹੈ ਕਿ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਣਾ। ਹੁਣ ਹਰ ਬੱਚੇ ਨੂੰ, ਜਦੋਂ ਮੈਂ ਸਟੇਜ ਤੇ ਗੱਲ ਕਰ ਰਿਹਾ, ਉਹਨਾਂ ਨੂੰ ਵੀ ਸੁਣ ਰਿਹਾ, ਮੈਨੂੰ ਵੀ ਸੁਣ ਰਿਹਾ, ਇੰਨਾ ਕੁ ਉਹਨਾਂ ਨੂੰ ਖੁਦ ਸੋਚਣਾ ਪੈਣਾ। ਬੜੇ ਬੰਦੇ ਆਵਾਜ਼ਾਂ ਮਾਰਦੇ ਇੱਥੇ ਆਓ ਜੀ, ਕੱਪੜਾ ਮਿਲਦਾ, ਇੱਥੇ ਆਓ ਜੀ, ਪਰ ਇੰਨਾ ਤਾਂ ਸਾਨੂੰ ਸੋਚਦੇ ਆ ਨਾ ਅਸੀਂ ਵੀ ਠੀਕ ਕੀ ਹੈ ਜੀ, ਗਲਤ ਕੀ ਹੈ ਤੇ ਠੀਕ ਕੀ ਹੈ। ਇਹ ਆਮ ਲੋਕਾਂ ਨੂੰ, ਜਿਹੜੇ ਸੁਣਨ ਵਾਲੇ ਨੇ, ਜੋ ਯੂਥ ਹੈ, ਉਹਨਾਂ ਨੂੰ ਸੋਚਣਾ ਪੈਣਾ। ਤੇ ਇੱਕ ਹੋਰ ਸਵਾਲ ਹੈ ਜੀ ਕਿ ਤੁਸੀਂ ਇੱਕ ਦੀਵਾਨ ਦੇ ਵਿੱਚ ਮਾਈ ਭਾਗੋ ਜੀ ਦਾ ਜ਼ਿਕਰ ਕੀਤਾ, ਉਹਨਾਂ ਦੇ ਬਾਬਤ ਨਗਨ ਅਵਸਥਾ ਦੇ ਵਿੱਚ ਹੋ ਰਹੇ ਇਹ ਗੱਲ ਕਹੀ, ਨਾਗਣੀ ਦੀ ਗੱਲ ਕੀਤੀ, ਉਹ ਗੱਲ ਬੜੀ ਵਿਵਾਦਤ ਬਣੀ। ਉਸ ਗੱਲ ਦੇ ਉੱਤੇ ਬਹੁਤ ਵੱਡਾ ਵਿਵਾਦ ਛਿੜਿਆ। ਤੁਸੀਂ ਇੱਕ ਗਾਇਕ ਦੇ ਨਾਲ ਮਿਲ ਕੇ ਵੀ ਉਹਦਾ ਤੁਲਨਾਤਮਕ ਅਧਿਐਨ ਕੀਤਾ ਕਿ ਜੀ ਜੇਕਰ ਉਹਨੂੰ ਅਸੀਂ ਇਦਾਂ ਕਰ ਸਕਦੇ ਹਾਂ ਤੇ ਜਿਹੜਾ ਨੇ ਆ ਲਿਖਿਆ ਭਾਈ ਸੰਤੋਖ ਸਿੰਘ ਹੋਰਾਂ ਨੇ, ਉਹਦੇ ਵੱਲ ਕਿਉਂ ਨਹੀਂ ਅਸੀਂ ਪੰਛੀ ਝਾਤ ਮਾਰਦੇ। ਇਹਦੇ ਬਾਰੇ ਤੁਹਾਡਾ ਕੀ ਤਰਕ ਆ ਅੱਜ ਦੇ ਪ੍ਰਸੰਗ 'ਚ? ਨਹੀਂ, ਉਹ ਇਹ ਹੈ ਜੀ ਕਿ ਮੁੰਡੇ ਨੇ, ਉਹਨੇ ਗੀਤ ਗਾਇਆ, ਮਾਈ ਭਾਗੋ ਵਰਗੀ ਤਸੀਰ ਕਹਿਤਾ, ਰੌਲਾ ਪੈ ਗਿਆ, ਉਹਨੇ ਮਾਫੀ ਮੰਗ ਲਈ। ਮੈਂ ਗੱਲ ਕਹੀ ਵੀ ਇਹ ਤਾਂ ਤੁਸੀਂ ਕਹਿਤਾ, ਪਰ ਉਹੀ ਸੰਤੋਖ ਸਿੰਘ ਨੇ, ਭਾਈ ਸੰਤੋਖ ਸਿੰਘ ਨੇ ਮਾਈ ਭਾਗੋ ਬਾਰੇ ਇਹ ਲਿਖਿਆ ਕਿ ਗੁਰੂ ਸਾਹਿਬ ਕੋਲ ਆਈ, ਉਹਦੀ ਅਵਸਥਾ ਇਦਾਂ ਦੀ ਬਣ ਗਈ ਕਿ ਦਿਗੰਬਰ ਹੋ ਗਈ, ਕੱਪੜੇ ਹੀ ਲਾਤੇ ਸਾਰੇ। ਵੀ ਉਹਨੇ ਤਾਂ ਜ਼ਿਆਦਾ ਬੇਇੱਜ਼ਤੀ ਕੀਤੀ ਹੈ ਮਾਈ ਭਾਗੋ ਦੀ, ਇਹਨੇ ਤਾਂ ਮਾਫੀ ਮੰਗ ਲਈ। ਤੁਸੀਂ ਕਦੋਂ ਮਾਫੀਆਂ ਮੰਗੋਗੇ ਜਿਹੜੇ ਇਦਾਂ ਦੀਆਂ ਗੱਲਾਂ ਲਿਖੀਆਂ ਨੇ ਗ੍ਰੰਥਾਂ 'ਚ ਤੇ ਉੱਤੇ ਉਹਦੇ ਕੱਪੜਾ ਪਾ ਕੇ ਬੈਠੇ ਹੋ? ਇਹ ਗੱਲ ਮੈਂ ਕੀਤੀ ਹੈ ਵੀ ਤੁਸੀਂ ਇਹਦੇ ਨਾਲ ਸਾਡੀ ਉਹ ਮਹਾਨ ਔਰਤ, ਮਹਾਨ ਬੀਬੀ, ਜਿਨੇ ਕਿ ਸਿੰਘਾਂ ਨੂੰ ਪ੍ਰੇਰ ਕੇ ਲਿਆ ਕੇ ਪਹਿਲੀ ਵਾਰ ਹਥਿਆਰ ਚੁੱਕਿਆ, ਜੰਗ 'ਚ ਲੜੀ, ਨਾਲ ਮਰਦਾਂ ਦੇ ਖੜੀ, ਤੇ ਉਹਨੂੰ ਬਦਨਾਮ ਕਰਨ ਵਾਸਤੇ ਉਹਨੂੰ ਇਦਾਂ ਦੀ ਗੱਲ ਕਹਿਤੀ ਕਿ ਉਹਨੇ ਕੱਪੜੇ ਲਾਤੇ, ਉਹਦੀ ਅਵਸਥਾ ਬਣ ਗਈ। ਗਾਰਗੀ ਇੱਕ ਹੋਈ, ਵੇਦਾਂ 'ਚ ਉਹਦਾ ਜ਼ਿਕਰ ਆਉਂਦਾ, ਉਹ ਬੀਬੀ ਵਾਲੀ ਅਵਸਥਾ ਪ੍ਰਾਪਤ ਕੀਤੀ, ਵੀ ਨਗਨ ਹੋ ਗਈ। ਉਹਦੇ ਵਾਸਤੇ ਮੈਂ ਸਵਾਲ ਖੜਾ ਕੀਤਾ ਸੀ ਵੀ ਦੱਸੋ ਵੀ ਆਹ ਇਦਾਂ ਕਿਉਂ ਹੋਇਆ। ਉਹਨਾਂ ਨੂੰ ਪ੍ਰੋਬਲਮ ਇਹ ਹੋਈ ਵੀ ਅੱਜ ਤੱਕ ਜਿੰਨਾ ਵੀ ਸਾਡੇ ਬਾਬੇ, ਸਾਡੇ ਪ੍ਰਚਾਰਕ ਜੋ ਸਾਨੂੰ ਸੁਣਾਉਂਦੇ ਐ, ਉਹ ਸੁਣਾਉਂਦੇ ਆ ਸੂਰਜ ਪ੍ਰਕਾਸ਼ ਗ੍ਰੰਥ ਚੋਂ, ਉਹਦੇ ਤੇ ਲੱਗੇ ਆ ਇਹਨਾਂ ਦੇ 3-3 ਸਾਲ ਦੇ ਰੱਟੇ। 3-3 ਸਾਲ ਇਹਨਾਂ ਨੇ ਰੱਟਾ ਲਾਇਆ ਉਹਨਾਂ ਦਾ। ਹੁਣ ਉਹਦੇ ਤੋਂ ਬਿਨਾਂ ਤਾਂ ਇਹ ਬਚਦੇ ਹੀ ਨਹੀਂ, ਉਹਦੀ ਤਾਂ ਕਥਾ ਕਰਨੀ ਹੈ। ਮੈਂ ਤਾਂ ਸਟੇਜ ਤੇ ਵੀ ਬੋਲ ਦਿੱਤਾ ਜੀ ਕਿ ਜਿੰਨੀ ਅੱਜ ਸਿੱਖੀ ਹੈ, ਇਹ ਵੱਡੀ ਗੱਲ ਹੈ ਵੈਸੇ, ਜਿੰਨੀ ਅੱਜ ਸਿੱਖੀ ਹੈ, ਇਹਦਾ ਬੀਜ ਹੈ ਸੂਰਜ ਪ੍ਰਕਾਸ਼ ਗ੍ਰੰਥ। ਸੂਰਜ ਪ੍ਰਕਾਸ਼ ਗ੍ਰੰਥ ਫੈਲ ਕੇ ਅੱਜ ਦੀ ਸਿੱਖੀ ਬਣਿਆ, ਠੀਕ ਹੈ ਜੀ। ਤੇ ਗੁਰੂ ਗ੍ਰੰਥ ਸਾਹਿਬ ਜੇ ਫੈਲਦੇ ਤੇ ਫਿਰ ਸਿੱਖੀ ਕੋਈ ਹੋਰ ਦਰਖਤ ਬਣ ਕੇ ਸਾਹਮਣੇ ਆਉਂਦਾ। ਕਿਉਂ? ਗੁਰਬਾਣੀ ਤੀਰਥਾਂ ਨੂੰ ਨਹੀਂ ਮੰਨਦੀ, ਪਰ ਅੱਜ ਸੂਰਜ ਪ੍ਰਕਾਸ਼ ਨੇ ਤੀਰਥਾਂ ਨੂੰ ਮੰਨਿਆ। ਗੁਰਬਾਣੀ ਸੂਤਕ ਪਾਤਕ ਨਹੀਂ ਮੰਨਦੀ, ਇਹ ਮੰਨਦੇ ਐ।
ਗੁਰਬਾਣੀ ਜਿਹੜੀ ਹੈ ਉਹ ਮਰਨ ਤੋਂ ਬਾਅਦ ਸਰਾਧ ਕਰਾਉਣ ਨੂੰ ਨਹੀਂ ਮੰਨਦੀ, ਪਰ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਹ ਲਿਖਿਆ ਗੁਰੂ ਨਾਨਕ ਨੇ ਸਰਾਧ ਪਾਇਆ, ਮਤਲਬ ਗੁਰੂ ਨਾਨਕ ਨੇ ਆਪਣੇ ਪਿਤਾ ਦਾ ਸਰਾਧ ਕੀਤਾ। ਸਾਰੇ ਦਾ ਸਾਰਾ ਅੱਜ ਤੁਸੀਂ ਜੋ ਧਰਮ ਬਾਰੇ ਸੁਣਿਆ, ਸਟੇਜਾਂ ਤੋਂ ਸੁਣਿਆ, ਪ੍ਰਚਾਰਕਾਂ ਤੋਂ ਸੁਣਿਆ, ਉਹ ਸੁਣਿਆ ਸੂਰਜ ਪ੍ਰਕਾਸ਼, ਜੋ ਭੈਣ ਜੀ ਤੁਸੀਂ ਸੁਣਿਆ ਜਾਂ ਮੈਂ ਸੁਣਿਆ। ਅੱਜ ਤੱਕ ਪਿੰਡਾਂ 'ਚ ਜੋ ਸਾਖੀਆਂ ਪਹੁੰਚੀਆਂ ਨੇ ਉਹ ਸੂਰਜ ਪ੍ਰਕਾਸ਼ ਹੀ ਫੈਲ ਕੇ ਲੋਕਾਂ ਦੇ ਦਿਮਾਗ 'ਚ ਪਹੁੰਚਿਆ। ਪ੍ਰੋਬਲਮ ਇਹ ਹੈ ਗੁਰੂ ਗ੍ਰੰਥ ਸਾਹਿਬ ਨਹੀਂ ਪਹੁੰਚੇ। ਅੱਜ ਦੀ ਸਿੱਖੀ ਜਿਹੜੀ ਹੈ, ਇਹ ਦਰਖਤ ਜਿਹੜਾ ਹੈ, ਇਹਦੀ ਜਦੋਂ ਜੜ ਦੇਖੋਗੇ ਇਹਦਾ ਬੀਜ ਸੂਰਜ ਪ੍ਰਕਾਸ਼ ਹੈ, ਗੁਰੂ ਗ੍ਰੰਥ ਸਾਹਿਬ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਹੁੰਦੀ ਤਾਂ ਉਹ ਹੋਰ ਤਰ੍ਹਾਂ ਦੀ ਹੋਣੀ ਸੀ। ਇੱਕ ਹੋਰ ਸਵਾਲ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਨਸ਼ੇੜੀ ਸਾਬਤ ਕੀਤਾ, ਤੁਸੀਂ ਇਹ ਵੀ ਗੱਲ ਕਹੀ। ਹਾਂ, ਫਿਰ ਕਈਆਂ ਨੇ ਇਹਦਾ ਉੱਤਰ ਦਿੱਤਾ ਜੀ ਕਿ ਉਸ ਵਕਤ ਮੱਲਮ ਪੱਟੀ ਨਹੀਂ ਸੀ, ਹਾਂ, ਉਸ ਵਕਤ ਕੋਈ ਮੈਡੀਸਨ ਨਹੀਂ ਸੀ, ਹਾਂ, ਉਸ ਵਕਤ ਕੋਈ ਆਪਰੇਸ਼ਨ ਨਹੀਂ ਸੀ ਹੁੰਦੇ, ਹਾਂਜੀ, ਉਸ ਵਕਤ ਉਹਨਾਂ ਜ਼ਖਮਾਂ ਦੀ ਜਿਹੜੀ ਤਾਬ ਆ ਉਹ ਸਹਾਰਨ ਦੇ ਲਈ ਉਹ ਫਿਰ ਉਸ ਵਕਤ ਨਾਗਣੀ ਦਾ ਵਰਣਨ ਉਵੇਂ ਕੀਤਾ, ਤੁਸੀਂ ਗਲਤ ਕਰ ਦਿੱਤਾ। ਨਹੀਂ, 5 ਮਾਸੇ ਫੀਮ ਆਪਣੇ ਵਾਲੀ ਡੱਬੀ ਚੋਂ, ਵਲੈਤ ਤੋਂ ਆਈ ਡੱਬੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢ ਕੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਦੇ ਨਾਲ ਮੁਕਾਬਲਾ ਕਰਨ ਲਈ ਭੇਜਿਆ। ਉਹਦੇ ਵੇਲੇ ਇਦਾਂ ਤੇ ਨਹੀਂ ਵੀ ਸੱਟ ਵੱਜੀ ਹੋਈ ਸੀ, ਦਰਦ ਹੋ ਰਿਹਾ ਸੀ, ਇਦਾਂ ਦਾ ਕੁਝ ਨਹੀਂ ਹੈਗਾ। ਇਹ ਕਵਰ ਕਰਨ ਦੀ ਕੋਸ਼ਿਸ਼ ਹੈ। ਗੁਰੂ ਸਾਹਿਬ ਨੂੰ ਨਸ਼ੇੜੀ ਬਣਾਇਆ। 8-8 ਉਹਨਾਂ ਦੇ ਵਿਆਹ ਦੱਸੇ ਗਏ, ਗੁਰੂ ਹਰਿਰਾਏ ਸਾਹਿਬ ਦੇ 8-8 ਵਿਆਹ ਦੱਸੇ ਗਏ ਹੈ। ਔਰ ਉਹਨਾਂ ਨੂੰ ਜਿੱਦਾਂ ਮਾਈ ਭਾਗੋ ਵਾਲੀ ਜ਼ਿਕਰ ਆਉਂਦਾ ਆ, ਨਸ਼ੇ ਕਰਦੇ, ਜਗ੍ਹਾ ਜਗ੍ਹਾ ਦੇ ਉੱਤੇ ਵਰ ਦਿੰਦੇ, ਇਹੋ ਜਿਹੀਆਂ ਚੀਜ਼ਾਂ ਬਹੁਤ ਹੈ ਜਿਹੜੀਆਂ ਕਰਾਮਾਤਾਂ ਹੈ। ਉਹਨਾਂ ਦਾ ਆਉਣਾ ਗੈਰ ਕੁਦਰਤੀ ਤੇ ਉਹਨਾਂ ਦਾ ਦੁਨੀਆ ਚੋਂ ਜਾਣਾ ਉਹ ਵੀ ਗੈਰ ਕੁਦਰਤੀ ਹੈ। ਨਾ ਉਹ ਦੁਨੀਆ 'ਚ ਆਏ ਉਦਾਂ ਜਿੱਦਾਂ ਬੰਦਾ ਆਉਂਦਾ ਹੈ, ਨਾ ਗਏ ਉਦਾਂ। ਉਹ ਸਾਰਾ ਕੁਝ ਹੀ ਹੁਣ ਅਸੀਂ ਕਹਿੰਦੇ ਆ ਜੀ ਗੁਰਬਾਣੀ ਕੁਦਰਤੀ ਗੱਲਾਂ ਕਰਦੀ ਹੈ, ਕੁਦਰਤ ਨਾਲ ਜੋੜਦੀ ਹੈ, ਹੁਕਮ ਰਜਾਈ ਚੱਲਣਾ ਦੀ ਗੱਲ ਕਰਦੀ ਹੈ। ਉਹ ਬੱਚਾ ਕਹਿੰਦਾ ਵੀ ਤੁਸੀਂ ਜੋ ਸਾਨੂੰ ਗੁਰਬਾਣੀ ਕਹਿੰਦੇ ਆ ਤੁਸੀਂ ਕੁਦਰਤੀ ਹੈ, ਜੋ ਅੱਜ ਤੱਕ ਸੁਣਾ ਰਹੇ ਆ ਇਹ ਤਾਂ ਸਾਰਾ ਹੀ ਗੈਰ ਕੁਦਰਤੀ ਹੈ। ਇਹ ਤਾਂ ਸਾਰਾ ਹੀ ਪ੍ਰੈਕਟੀਕਲ ਤਾਂ ਇਹਦੇ 'ਚ ਹੈ ਹੀ ਕੁਝ ਨਹੀਂ। ਜਿਹੜੀਆਂ ਵੀ ਗੱਲਾਂ ਤੁਸੀਂ ਸੁਣਾਉਂਦੇ ਆ, ਅੱਜ ਇਤਿਹਾਸ ਸੁਣਾਇਆ ਜਾ ਰਿਹਾ ਹੈ, ਉਹ ਸਾਰਾ ਹੀ ਗੈਰ ਕੁਦਰਤੀ ਹੈ। ਹਾਂਜੀ, ਕਦੇ ਇਦਾਂ ਹੋਇਆ ਜਿਵੇਂ ਉਹਨਾਂ ਨੇ ਤਾਂ ਤੁਹਾਨੂੰ ਕਹਿ ਦਿੱਤਾ ਵੀ ਆਓ ਬੈਠ ਕੇ ਗੱਲ ਕਰਦੇ ਆ, ਸਾਡੇ ਸਵਾਲਾਂ ਦੇ ਜਵਾਬ ਦਿਓ, ਕਦੀ ਤੁਸੀਂ ਇਹ ਕਿਹਾ ਹੋਵੇ, ਚੁਣੌਤੀ ਖੁੱਲੀ ਦਿੱਤੀ ਹੋਵੇ ਵੀ ਆ ਗੱਲਾਂ ਨੇ, ਆਪਾਂ ਨੂੰ ਇਹਦੇ ਉੱਤੇ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ ਤੇ ਕੋਈ ਸੋਧ ਕਰਨੀ ਚਾਹੀਦੀ ਹੈ? ਭੈਣ ਜੀ, ਆ ਗੱਲ ਮੈਂ ਜਦੋਂ ਸਟੇਜ ਤੇ ਕਹੀ, ਮਾਈ ਭਾਗੋ ਵਾਲੀ ਤੇ ਨਗਨ ਵਾਲੀ ਗੱਲ ਮੈਂ ਕਹੀ, ਉਹਨਾਂ ਨੇ ਸੋਧ ਕਰਨ ਦੀ ਬਜਾਏ ਮੈਨੂੰ ਛੇਕਣ ਦੀ ਗੱਲ ਤੋਰ ਲਈ ਵੀ ਇਹਨੂੰ ਕੱਢੋ ਬਾਹਰ ਪੰਥ ਚੋਂ। ਇਹ ਸੂਰਜ ਪ੍ਰਕਾਸ਼ ਤੇ ਉਟਾਂਕਣ ਕਰਦਾ ਹੈ, ਸੂਰਜ ਪ੍ਰਕਾਸ਼ ਤੇ ਸਵਾਲ ਕਰਦਾ ਹੈ। ਜਿੱਦਣ ਸੂਰਜ ਪ੍ਰਕਾਸ਼ ਦੀ ਸੁਧਾਈ ਦੀ ਗੱਲ ਆ ਜਾਣੀ ਹੈ ਨਾ ਜੀ, ਕਿ ਸੂਰਜ ਪ੍ਰਕਾਸ਼ ਗ੍ਰੰਥ ਜਾਂ ਹੋਰ ਗੁਰਬਿਲਾਸ ਪਾਤਸ਼ਾਹੀ 6ਵੀਂ, ਇਹਨਾਂ ਗ੍ਰੰਥਾਂ ਨੂੰ ਆਪਾਂ ਸੋਧੀਏ ਤਾਂ ਉਦੋਂ ਪ੍ਰੋਬਲਮ ਇਹ ਆਉਣੀ ਹੈ ਕਿ ਬਚਣਾ ਹੀ ਕੱਖ ਨਹੀਂ। ਉਹਦੇ ਚ ਸਾਰਾ ਹੀ ਇਦਾਂ ਦਾ ਆ ਕਿ ਸਾਰਾ ਹੀ ਗੈਰ ਕੁਦਰਤੀ ਢੰਗ ਨਾਲ ਲਿਖਿਆ ਲਿਖਵਾਇਆ ਗਿਆ ਆ। ਉਹ ਗੁਰੂ ਸਾਹਿਬ ਤੋਂ ਬਦਲੇ ਲਏ ਗਏ ਆ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਚੁਣੌਤੀਆਂ ਦਿੱਤੀਆਂ ਵੀ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਨਾ ਨਾਲ ਕੀ ਹੋ ਜਾਣਾ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਚੁੱਪ ਕਰਨ ਨਾਲ ਕੀ ਹੋ ਜਾਣਾ। ਉਹਨਾਂ ਨੇ ਗਿਣ ਗਿਣ ਬਦਲੇ ਲਏ ਆ ਗੁਰੂ ਸਾਹਿਬ ਤੋਂ, ਕਿਉਂਕਿ ਉਹਨਾਂ ਦੇ ਨਾਂ ਨਾਲ ਸਾਰੇ ਦਾ ਸਾਰਾ ਸਭ ਕੁਝ ਮੜ ਦਿੱਤਾ ਗਿਆ ਕਿ ਤੁਹਾਡੇ ਗੁਰੂ ਸਾਹਿਬ ਹੀ ਇਦਾਂ ਦੇ ਸੀ। ਉਹ ਅਸਲ ਪ੍ਰੋਬਲਮ ਆ ਉਹਨਾਂ ਨੇ ਸੂਰਜ ਪ੍ਰਕਾਸ਼ ਤੇ ਉਹਨੂੰ ਸੁਧਾਈ ਕੀ ਕਰਨੀ ਸੀ, ਜਥੇਦਾਰ ਫੇਰ ਕਰਦੇ। ਉਹ ਕਹਿੰਦੇ ਰਣਜੀਤ ਸਿੰਘ ਨੇ ਗੱਲ ਕਹੀ, ਅਸੀਂ ਕਮੇਟੀ ਬਣਾਉਂਦੇ ਆ, ਸਾਲ ਲੱਗਣਾ, 2 ਸਾਲ ਲੱਗਣਾ। ਰਣਜੀਤ ਸਿੰਘ ਵੀ ਕੋਈ ਗੱਲ ਨਹੀਂ ਕਰ ਸਕਦਾ, ਬਾਕੀ ਵੀ ਬੰਦ ਕਰ ਦਿਓ, ਹਨਾ, ਬਾਕੀ ਵੀ ਬੰਦ ਕਰੋ ਤੇ ਆਪਾਂ ਇਹਦੀ ਸੁਧਾਈ ਕਰਾਂਗੇ। ਜੋ ਫਿਰ ਸਹੀ ਹੋਊਗਾ ਉਹ ਅਸੀਂ ਦੱਸ ਦਿਆਂਗੇ, ਉਹਦੇ ਮੁਤਾਬਕ ਸਾਰੇ ਪ੍ਰਚਾਰਕ ਪ੍ਰਚਾਰ ਕਰਨ। ਕਿੰਨੀ ਵਧੀਆ ਗੱਲ ਸੀ। ਕਿਹੜੀਆਂ ਮਜਬੂਰੀਆਂ ਹੋਣਗੀਆਂ ਤੁਹਾਡੇ ਖਿਆਲ ਦੇ ਵਿੱਚ ਕਿ ਸੁਧਾਈ ਵਾਲੀ ਗੱਲ ਬਾਰੇ ਸੋਚਿਆ ਵੀ ਨਹੀਂ ਜਾ ਰਿਹਾ, ਕਰਨੀ ਤਾਂ ਦੂਰ ਦੀ ਗੱਲ। ਹੁਣ ਇੱਕ ਗੱਲ ਇਹੀ ਪ੍ਰੋਬਲਮ ਹੈ ਨਾ ਜੀ, ਸੁਧਾਈ ਵਾਲੀ ਗੱਲ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਬਾਬਿਆਂ ਦਾ ਪ੍ਰੈਸ਼ਰ, ਉਹ ਜਿਹੜਾ ਪੁਜਾਰੀਵਾਦ ਦਾ ਪ੍ਰੈਸ਼ਰ, ਕਰਮ ਕਾਂਡਾਂ ਦਾ ਪ੍ਰੈਸ਼ਰ, ਧਰਮ ਦੀ ਵਿੱਚ ਫਾਰਮੈਲਿਟੀ ਦਿਖਾਉਣ ਵਾਲਿਆਂ ਦਾ ਪ੍ਰੈਸ਼ਰ। ਮੈਂ ਕਹਿੰਦਾ ਹੁਣ ਤੁਸੀਂ ਇੱਕ ਜੌਬ ਕਰਦੇ ਆ, ਗੁਰੂ ਨਾਨਕ ਨੇ ਕਿਹਾ ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਉਸ ਵੇਲੇ ਦੇ ਖੱਤਰੀਆਂ ਦਾ ਫਰਜ਼ ਸੀ ਤਲਵਾਰ ਚਲਾਉਣੀ, ਉਹ ਰਲ ਗਏ ਮਲੇਸ਼ਾਂ ਦਾ ਧਾਨ ਖਾ ਲਿਆ, ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਉਹਨਾਂ ਨੇ ਸਮਝ ਲਓ ਜ਼ਿੰਮੇਵਾਰੀ ਛੱਡਤੀ, ਫਰਜ਼ ਛੱਡਤੇ ਤਾਂ ਧਰਮ ਛੱਡਤਾ। ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਜ਼ਿੰਮੇਵਾਰੀ ਧਰਮ ਛੱਡਣਾ, ਜ਼ਿੰਮੇਵਾਰੀ ਛੱਡਣੀ ਮਤਲਬ ਧਰਮ ਛੱਡਣਾ। ਜਿਹੜਾ ਫਰਜ਼ ਛੱਡਤਾ ਉਹਨੇ ਧਰਮ ਛੱਡਤਾ। ਹੁਣ ਮੈਂ ਤੁਹਾਨੂੰ ਵੇਖੂੰਗਾ, ਜੇ ਜ਼ਿੰਮੇਵਾਰੀ ਵਧੀਆ ਨਿਭਾਉਂਦੇ ਹੋ ਤਾਂ ਤੁਸੀਂ ਧਰਮੀ ਹੋ, ਬਸ ਫਰਜ਼ ਨਿਭਾ ਰਹੇ ਹੋ ਵਧੀਆ ਤਾਂ ਤੁਸੀਂ ਧਰਮੀ ਹੋ। ਆ ਹੈਗੇ ਸਾਡੀ ਯੂਨੀਫਾਰਮ।
ਜੀ ਐਜੂਕੇਸ਼ਨ ਵੱਖਰੀ ਗੱਲ ਹੈ, ਯੂਨੀਫਾਰਮ ਵੱਖਰੀ ਗੱਲ ਹੈ। ਇਹ ਸਾਡਾ ਕੌਮੀ ਕਨਸੈਪਟ ਹੈਗਾ ਆ, ਰੱਖੇ ਨਾ ਰੱਖੇ ਅਗਲੇ ਦੀ ਮਰਜ਼ੀ ਹੈ, ਪਰ ਪੁਆਇੰਟ ਹੈਗਾ ਧਰਮ ਜਿੱਦਣ ਵੇਖਣਾ ਅਗਲੇ ਦੇ ਫਰਜ਼ ਵੇਖਣੇ ਆ। ਠੀਕ ਹੈ ਜੀ। ਹੁਣ ਧਰਮਾਂ ਇਹ ਗੱਲ ਹੈਗੀ ਹੈ ਵੱਖਰੀ, ਜੋ ਗੁਰਬਾਣੀ ਨੇ ਕਿਹਾ ਵੀ ਧਰਮ ਛੱਡਤਾ ਮਤਲਬ ਫਰਜ਼ ਛੱਡਤੇ, ਜ਼ਿੰਮੇਵਾਰੀ ਛੱਡਤੀ, ਪਰ ਜਿਨ੍ਹਾਂ ਨੇ ਫਾਰਮੈਲਿਟੀ ਕਰਾਉਣੀ ਹੈ ਧਰਮ ਦੇ ਨਾਂ ਤੇ, ਕਰਮਕਾਂਡ ਕਰਾਉਣੇ ਨੇ, ਉਹ ਤੁਹਾਨੂੰ ਸੂਰਜ ਪ੍ਰਕਾਸ਼ ਚੋਂ ਮਿਲਣੇ ਨੇ ਧਰਮ ਦੇ ਨਾਂ ਤੇ। ਤੁਸੀਂ ਅੱਧਾ ਘੰਟਾ ਆਹ ਕਰਨਾ ਹੈ, ਆਹ ਕਰਨਾ ਹੈ, ਆਹ ਕਰਨਾ ਹੈ, ਕਿਧਰੇ ਨਾਰੀਅਲ ਰੱਖ ਲਓ, ਕਿਧਰੇ ਕੁੰਭ ਰੱਖ ਲਓ, ਕਿਧਰੇ ਆਹ ਰੱਖ ਲਓ, ਕਿਧਰੇ ਜੋਤ ਜਗਾ ਲਓ। ਇਹ ਸਾਰੇ ਦਾ ਸਾਰਾ ਕਰਮਕਾਂਡ ਹੈ, ਇਹ ਇਹਨਾਂ ਗ੍ਰੰਥਾਂ ਚੋਂ ਹੀ ਆਉਣਾ। ਜੇ ਗ੍ਰੰਥ ਬੈਨ ਹੋ ਗਏ ਫਿਰ ਮੇਰੇ ਵਰਗੇ ਹੀਰੋ ਨਹੀਂ ਨਾ ਜੀ ਰਹਿਣੇ। ਕਰਮਕਾਂਡ ਕਿਹਨੂੰ ਆਉਂਦੇ ਆ? ਧਾਰਮਿਕ ਕਰਮਕਾਂਡ ਮੈਨੂੰ ਆਉਂਦੇ ਆ, ਜਾਂ ਹਰਿਦੁਆਰ ਬੈਠੇ ਆ ਉਹਨਾਂ ਨੂੰ ਆਉਂਦੇ ਆ, ਹਿੰਦੂਆਂ ਚ ਉਹਨਾਂ ਨੂੰ ਆਉਂਦੇ ਆ, ਸਿੱਖਾਂ ਦੇ ਵਿੱਚ ਮੇਰੇ ਵਰਗਿਆਂ ਨੂੰ ਆਉਂਦੇ ਆ। ਜਿੰਨੀ ਫਾਰਮੈਲਿਟੀ ਤੁਸੀਂ ਹੁਣ ਘਰੋਂ ਆਏ ਆ, ਜਿੰਨੀ ਫਾਰਮੈਲਿਟੀ ਧਰਮ ਦੀ ਮੈਨੂੰ ਆਊਗੀ ਉਨੀ ਤੁਹਾਨੂੰ ਥੋੜਾ ਆਉਣੀ ਹੈ ਨਾ, ਤੁਸੀਂ ਉਨੀ ਕਰ ਸਕਦੇ ਆ। ਫਿਰ ਮੈਂ ਹੀਰੋ ਰਹਿਣਾ ਚਾਹੁੰਦਾ, ਹੀਰੋ ਲਈ ਫਾਰਮੈਲਿਟੀ ਰਹਿਣੀ ਚਾਹੀਦੀ ਹੈ, ਕਰਮਕਾਂਡ ਰਹਿਣੇ ਚਾਹੀਦੇ ਆ। ਕਰਮਕਾਂਡ ਰਹਿਣਗੇ ਤਾਂ ਮੈਂ ਹੀਰੋ ਰਹੂੰਗਾ, ਆਮ ਲੋਕ ਜ਼ੀਰੋ ਰਹਿਣਗੇ। ਤੇ ਜੇ ਕਰਮਕਾਂਡ ਹੀ ਬੰਦ ਹੋ ਗਏ, ਦਿਖਾਵਾ ਤਾਂ ਮੈਂ ਕਰਨਾ ਸੀ, ਦਿਖਾਵਾ ਹੀ ਬੰਦ ਹੋ ਗਿਆ, ਫਿਰ ਮੇਰੇ ਨਾਲੋਂ ਤਾਂ ਗੁਣੀਤ ਲੋਕ ਤਾਂ ਵੈਸੇ ਬਹੁਤ ਨੇ, ਕੰਮ ਤਾਂ ਦੁਨੀਆ ਬਥੇਰਾ ਵਧੀਆ ਕਰ। ਪਰ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਕਿ ਤੁਸੀਂ ਜਥੇਦਾਰ ਸਾਹਿਬਾਨ ਦੇ ਉੱਤੇ ਵੀ ਸਵਾਲ ਖੜੇ ਕਰਦੇ ਹੋ ਕਿ ਕਿੰਨਾ ਦੇ ਬੋਝੇ ਵਿੱਚੋਂ ਨਿਕਲਦੇ, ਇਹ ਵੀ ਸਾਰੇ ਜਾਣਦੇ ਆ, ਪਰ ਫਿਰ ਸਵਾਲ ਇਹ ਆ ਜਾਂਦਾ ਜੀ ਕਿ ਇਹ ਤਾਂ ਜਥੇਦਾਰ ਨੂੰ ਨਹੀਂ ਬਖਸ਼ਦੇ ਤੇ ਹੋਏ ਕਿਹਦੇ? ਨਹੀਂ, ਪ੍ਰੋਬਲਮ ਇਹ ਹੈ ਜੀ ਕਿ ਮੈਂ ਇੱਕ ਆਮ ਬੰਦਾ ਆ, ਮੇਰੀ ਕੋਈ ਵੱਡੀ ਤਾਕਤ ਨਹੀਂ ਹੈਗੀ, ਮੈਂ ਸਿਰਫ ਇੱਕ ਪ੍ਰਚਾਰ ਕਰਦਾ ਆ। ਹੁਣ ਸਰਚਾਂਦ ਸਿੰਘ ਹੋਣਾ ਨੇ ਕੱਲ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ, ਪੁਲਿਸ ਕਮਿਸ਼ਨਰ ਕੋਲ ਜੀ, ਤੇ ਜਦੋਂ ਉਹ ਬਾਹਰ ਆਏ ਆ, ਤੁਸੀਂ ਕਿਹਾ ਸੀ ਨਾ ਸ਼ੁਰੂ ਤੋਂ ਵਿਵਾਦ ਕਿੱਦਾਂ ਬਣਦੇ ਆ, ਤੁਹਾਡਾ ਵਿਵਾਦਤ ਪ੍ਰਚਾਰਕ ਕੈਮਰੇ ਵਾਲਾ ਪੁੱਛਦਾ, ਵਿਵਾਦਤ ਪ੍ਰਚਾਰਕ ਢੱਡਰੀਆਂ ਵਾਲਾ ਉਹ ਕੁਝ ਕਚਹਿਰੀ ਚ ਆਇਆ, ਉਹ ਇਦਾਂ ਉਹਨਾਂ ਨੇ ਗੱਲ ਕੀਤੀ। ਤੁਸੀਂ ਸਾਰੀ ਉਹ ਸੁਣਿਓ 5 ਮਿੰਟ ਦੀ, ਜਿਹੜੇ ਸਰਚਾਂਦ ਸਿੰਘ ਹੋਣੀ ਗਏ ਆ, ਉਹ ਜਦੋਂ ਬਾਹਰ ਆ ਕੇ ਪੁੱਛਦੇ ਆ ਦੱਸੋ, ਕਹਿੰਦੇ ਜੀ ਅਸੀਂ ਦੱਸ ਨਹੀਂ ਸਕਦੇ, ਜੋ ਇਹਨੇ ਸ਼ਬਦ ਉਹਨੇ ਵਰਤਿਆ ਭੱਦੀ ਸ਼ਬਦਾਵਲੀ ਮੇਰੀ ਜ਼ਬਾਨ ਨਹੀਂ ਦੱਸ ਸਕਦੀ, ਜੋ ਜਥੇਦਾਰ ਵਾਲੇ ਢੱਡਰੀਆਂ ਵਾਲਾ ਬੋਲਦਾ। ਹੁਣ ਕਿਹੜੀ ਸ਼ਬਦਾਵਲੀ ਹੈ ਜੀ? ਮੇਰਾ ਕੋਈ ਪਰਸਨਲ ਫੋਨ ਹੋਇਆ, ਗੱਲ ਤਾਂ ਮੇਰੀ ਸਾਹਮਣੇ ਹੋਈ ਹੈ, ਮੈਂ ਸਾਰੀ ਦੁਨੀਆ ਸਾਹਮਣੇ ਰਿਕਾਰਡ ਕਰਾਈ ਹੈ। ਪ੍ਰੋਬਲਮ ਇਹ ਹੈ ਕਿ ਮੈਂ ਜਿੱਦਣ ਉਹ ਗੱਲ ਕੀਤੀ ਹੈ, ਉਹਦੇ ਚ ਮੈਂ ਗੱਲ ਕੀਤੀ ਹੈ ਵੀ ਮੈਨੂੰ ਨਹੀਂ ਪਤਾ ਜਥੇਦਾਰ ਕਿਹਦੀ ਜੇਬ ਚੋਂ ਨਿਕਲਦੇ ਆ। ਇਹ ਸਵਾਲ ਹੈ ਮੇਰਾ, ਇਹ ਭੱਦੀ ਸ਼ਬਦਾਵਲੀ ਨਹੀਂ ਹੈ। ਸਰਸੇ ਵਾਲੇ ਨੂੰ ਮਾਫ ਕਿਉਂ ਕੀਤਾ? ਇਹ ਸਵਾਲ ਹੈ ਮੇਰਾ, ਇਹ ਭੱਦੀ ਸ਼ਬਦਾਵਲੀ ਨਹੀਂ ਹੈਗੀ। ਇਹ ਮਾੜਾ ਸਿਸਟਮ ਹੈ ਜਿਹੜਾ ਆਪਣਿਆਂ ਦੀ ਕੱਛ ਚ ਰੱਖਦਾ, ਦੂਜੇ ਦੀਆਂ ਹੱਥ ਚ ਰੱਖਦਾ। ਸ਼ਬਦ ਮੈਂ ਆ ਵਰਤਿਆ, ਕੁੱਤੀ ਚੋਰਾਂ ਨਾਲ ਰਲ ਗਈ, ਪ੍ਰਚਲਿਤ ਗੱਲ ਹੈ। ਇਹਦੇ ਨਾਲ ਇਹ ਕਹਿ ਰਹੇ ਨੇ ਐਡੀ ਭੱਦੀ ਸ਼ਬਦਾਵਲੀ ਜਥੇਦਾਰ ਨੂੰ ਵਰਤਦਾ। ਮੈਂ ਗਾਲਾਂ ਥੋੜਾ ਕੱਢ ਰਿਹਾ, ਸਰਚਾਂਦ ਸਿੰਘ ਨੂੰ ਮੈਂ ਸਵਾਲ ਪੁੱਛੇ ਨੇ ਨਾ ਫਟਾਫਟ ਕਚਹਿਰੀ ਵਿੱਚ। ਅਸਲ ਪ੍ਰੋਬਲਮ ਇਹ ਹੈ, ਹਮਲਾ ਕਰਦੇ ਆ, ਜਵਾਬੀ ਹਮਲੇ ਤੋਂ ਡਰਦੇ ਆ। ਸਾਡੇ ਤੇ ਸਵਾਲ ਨਾ ਉਠਾਓ, ਅਸੀਂ ਸਰਸੇ ਵਾਲੇ ਨੂੰ ਮਾਫ ਕਰੀਏ, ਅਸੀਂ ਘਰ ਜਾ ਕੇ ਮਾਫੀਆਂ ਦੇ ਕੇ ਆਈਏ, ਸਾਡੇ ਤੇ ਸਵਾਲ ਨਾ ਉੱਠਣ। ਪ੍ਰੋਬਲਮ ਇਹਨਾਂ ਦੀ ਇਹ ਹੈ। ਹੁਣ ਸਾਡਾ ਇੱਕ ਸਵਾਲ ਕੀਤਾ ਜਾਂ ਫਿਰ ਇਹ ਦੱਸਣ ਵੀ ਗੁਰਬਚਨ ਸਿੰਘ ਤੇ ਕਮੇਟੀ ਬਣਾ ਕੇ ਪੁੱਛਿਆ ਗਿਆ, ਉਹ ਮਾਫ ਕੀਤਾ ਗਿਆ, ਕਿੰਨੇ ਕੀਤਾ? ਤੁਹਾਡੇ ਇੱਕ ਜਥੇਦਾਰ ਨਹੀਂ ਬੋਲ ਦਿੱਤਾ ਸੀ ਵੀ ਦਬਾਅ ਪਾਇਆ, ਸਿਆਸੀ ਦਬਾਅ ਪਿਆ ਤਾਂ ਮਾਫ ਹੋਇਆ? ਉਹਦਾ ਜੈਨੂਅਨ ਜਵਾਬ ਦਿਓ ਨਾ। ਇਹ ਕਿਉਂ ਕਹਿ ਰਹੇ ਹੋ ਭੱਦੀ ਸ਼ਬਦਾਵਲੀ ਵਰਤਦਾ? ਮੈਂ ਕੋਈ ਕੁੱਤਾ ਬਿੱਲਾ ਕਹਿਤਾ? ਮੈਂ ਕੋਈ ਭੈੜਾ ਸ਼ਬਦ ਬੋਲ ਦਿੱਤਾ? ਮੈਂ ਇੱਕ ਕੁਐਸਚਨ ਕੀਤਾ ਆਪਣਾ, ਇਹੀ ਸਰਚਾਂਦ ਸਿੰਘ ਨੂੰ ਕੀਤਾ। ਉਸੇ ਵੇਲੇ ਭੱਜ ਲਏ ਵੀ ਹਾਂਜੀ ਸਾਨੂੰ ਏਦਾਂ ਕੋ ਪੁੱਛ ਲਿਆ, ਇੰਨਾ ਹੀ ਕਿਹਾ ਪ੍ਰਚਾਰ ਬੰਦ ਕਰ। ਮੈਂ ਕਿਹਾ ਤੁਹਾਡੇ ਪਿਓ ਦਾ ਰਾਜ ਹੈ ਪ੍ਰਚਾਰ ਬੰਦ ਕਰਾਂ? ਭੱਦੀ ਸ਼ਬਦਾਵਲੀ ਚ ਕੀ ਹੋ ਗਈ? ਇਹ ਚ ਮੈਂ ਗਾਲਾਂ ਕੱਢ ਦਿੱਤੀਆਂ ਕਿਸੇ ਨੂੰ? ਕੁਛ ਮੈਂ ਤਾਂ ਨੋਰਮਲ ਗੱਲ ਕੀਤੀ ਹੈ। ਤੁਸੀਂ ਬਾਰ-ਬਾਰ ਮੇਰੇ ਵਾਸਤੇ ਤਾਂ ਉਹੀ ਸਰਚਾਂਦ ਸਿੰਘ ਦੀ ਇੱਕ ਇੰਟਰਵਿਊ ਹੈ ਚੈਨਲ ਦੇ ਉੱਤੇ। ਅੱਛਾ ਜੀ। ਸਰਚਾਂਦ ਸਿੰਘ ਹੋਣਾ ਨੂੰ ਪੁੱਛਿਆ ਗਿਆ ਦੱਸੋ ਤੁਸੀਂ, ਉਹਨਾਂ ਨੇ ਬੋਲਿਆ, ਰਿਕਾਰਡ ਹੈ ਜੀ ਸਾਡੇ ਕੋਲ, ਕੋਈ ਵੀ ਬੰਦਾ ਸੁਣ ਸਕਦਾ ਹੈ, ਕਹਿੰਦੇ ਢੱਡਰੀਆਂ ਵਾਲੇ ਉੱਤੇ ਸ਼ਬੀਲ ਘੱਟ ਸੀ। ਅੱਛਾ ਜੀ। ਇਹ ਬੋਲਿਆ। ਇਹ ਭੱਦੀ ਸ਼ਬਦਾਵਲੀ ਨਹੀਂ ਹੈਗੀ। ਪਖੰਡ ਕਰਦੇ ਨੇ ਸਿਰੇ ਦੇ ਪਖੰਡੀ, ਹਾਂਜੀ ਦਾਸ ਤੇ ਕੂਕਰ ਤੇ ਫਲਾਣਾ ਦਾਸ ਗੁਰੂ ਘਰ ਦਾ ਕੂਕਰ, ਆਹ ਗੱਲਾਂ ਸ਼ਬਦ ਨੇ, ਸ਼ਬਦਾਵਲੀ ਇਹ ਹੈ। ਪਰ ਜਦੋਂ ਧਮਕੀ ਦੇਣੀ ਹੈ ਉਦੋਂ ਕਹਿਣਾ ਇਹ ਤਾਂ ਜੇ ਘੱਟ ਸੀ। ਪੋਸਟਾਂ ਦੇ ਵਿੱਚ ਇਹੋ ਜਿਹੇ ਬੰਦੇ ਖਤਮ ਹੋ ਜਾਂਦੇ ਆ, ਇਹੋ ਜਿਹੇ ਬੰਦਿਆਂ ਦਾ ਪਤਾ ਨਹੀਂ ਲੱਗਦਾ, ਮਾਰਨ ਤੱਕ ਦੀ ਗੱਲ ਉਹਦੇ ਵਿੱਚ ਕਹਿੰਦਾ। ਤੇ ਸ਼ਬੀਲ ਘੱਟ ਸੀ, ਇਹ ਔਨ ਰਿਕਾਰਡ ਹੈ, ਕੋਈ ਵੀ ਬੰਦਾ ਰਿਕਾਰਡਿੰਗ ਸੁਣ ਲਵੇ ਉਹਨੇ ਲੱਭ ਜਾਣੀ ਹੈ। ਔਨ ਰਿਕਾਰਡ ਕਹਿ ਰਿਹਾ ਕਿ ਸ਼ਬੀਲ ਅਜੇ ਘੱਟ ਸੀ, ਤੇ ਮੈਨੂੰ ਕਹਿੰਦਾ ਢੱਡਰੀਆਂ ਵਾਲਾ ਭੱਦੀ ਸ਼ਬਦਾਵਲੀ ਵਰਤਦਾ। ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਅਟੈਕ ਕਰਦੇ ਆ, ਇਹ ਬੋਲਦੇ ਆ, ਜਵਾਬੀ ਹਮਲੇ ਤੋਂ ਡਰਦੇ ਆ ਵੀ ਅੱਗੇ ਤੋਂ ਸਾਨੂੰ ਕੋਈ ਸਵਾਲ ਨਾ ਪੁੱਛੋ। ਪਰ ਜਦੋਂ ਇੰਨੇ ਸਵਾਲ ਪੈਦਾ ਹੁੰਦੇ ਆ, ਹਾਂਜੀ, ਜਦੋਂ ਧਮਕੀਆਂ ਵੀ ਆਉਂਦੀਆਂ, ਹਾਂਜੀ, ਜਦੋਂ ਕਾਨੂੰਨੀ ਦਾਅਪੇਚ ਵੀ ਹੁੰਦੇ ਆ,
ਜਦੋਂ ਤੁਹਾਨੂੰ ਤਲਬ ਕਰਨੀਆਂ ਗੱਲਾਂ ਵੀ ਹੁੰਦੀਆਂ, ਹਾਂਜੀ ਸ਼ਾਇਦ ਪੰਥ ਚੋਂ ਛੇਕ ਵੀ ਦਿੱਤਾ ਜਾਵੇ, ਹਾਂਜੀ ਉਦੋਂ ਫਿਰ ਥੋੜਾ ਜਿਹਾ ਤਣਾਅ ਨਹੀਂ ਪੈਦਾ ਹੁੰਦਾ ਵੀ ਕਿਹੜੇ ਰਾਹੇ ਪਏ ਸੀ? ਨਹੀਂ, ਤਣਾਅ ਨਹੀਂ ਜੀ, ਖੁਸ਼ੀ ਹੁੰਦੀ ਹੈ। ਕਹਿਣਾ ਜੀ ਮੈਨੂੰ ਤਾਂ ਬਹੁਤ ਖੁਸ਼ੀ ਹੈ ਵੀ ਘੱਟ ਤੋਂ ਘੱਟ ਮੈਂ ਮੰਨਦਾ ਵੀ ਮੇਰੇ ਜਿਉਂਦਿਆਂ ਨਾ ਜੀ, ਜੇ ਇਹ ਹੋ ਜਾਏ, ਪਤਾ ਲੱਗ ਜਾਏ ਨਾ ਵੀ ਇਹ ਇੱਕ ਗਰੁੱਪ ਕਿੱਦਾਂ ਤੁਹਾਡੇ ਲੋਕਾਂ ਦੇ ਦਿਮਾਗ ਤੇ ਹਾਵੀ ਹੋਇਆ ਬੈਠਾ, ਇਹਨਾਂ ਲੋਕਾਂ ਨੇ ਕਰਾਮਾਤੀ ਗੱਲਾਂ ਸੁਣਾ ਕੇ ਸਾਥੋਂ ਗੁਰੂ ਸਾਹਿਬ ਨੂੰ ਬਹੁਤ ਦੂਰ ਕਰ ਦਿੱਤਾ। ਹਰ ਸਿੱਖ ਇਹ ਸੋਚਦਾ ਕਿ ਮੈਂ ਉਹਨਾਂ ਵਰਗਾ ਨਹੀਂ ਬਣ ਸਕਦਾ। ਇਹ ਵੱਡੀ ਪ੍ਰੋਬਲਮ ਹੈ। ਤੁਸੀਂ ਕਹਿਣਾ ਜੀ ਬਾਹਰ ਇੱਕ ਬੰਦਾ ਲੰਘਿਆ ਜਾਂਦਾ, ਤੁਹਾਨੂੰ ਕੋਈ ਆਖੇ ਵੀ ਉਹਨੇ ਕੁਆਂਟਲ ਦੀ ਬੋਰੀ ਚੁੱਕੀ ਹੈ, ਕਹਿਣਾ ਜੀ ਤੁਸੀਂ ਚੁੱਕ ਸਕਦੇ ਆ, ਤੇ ਤੁਹਾਡਾ ਜਵਾਬ ਹੋਏਗਾ ਅੱਜ ਤਾਂ ਨਹੀਂ ਚੁੱਕ ਸਕਦਾ, ਜੀ ਪਰ ਪ੍ਰੈਕਟਿਸ ਕਰਕੇ ਸ਼ਾਇਦ ਚੁੱਕ ਲਵਾਂ। ਸਿੱਧੀ ਗੱਲ ਹੈ, ਕਿਉਂਕਿ ਉਹਨੇ ਬੰਦੇ ਨੇ ਚੁੱਕੀ ਹੈ, ਇਨਸਾਨ ਹੈ ਨਾ, ਉਹ ਚੁੱਕ ਸਕਦੇ ਹੋ ਤੁਸੀਂ ਵੀ ਇਨਸਾਨ ਹੋ, ਉਹਨੇ ਚੁੱਕੀ ਹੈ। ਤੁਸੀਂ ਜੇ ਹਾਥੀ 10 ਕੁਆਂਟਲ ਚੁੱਕ ਕੇ ਲੈ ਜਾਂਦਾ ਹੋਵੇ ਹੁਣ ਚੁੱਕ ਸਕਦੇ ਹੋ, ਜਿੰਨੀ ਮਰਜ਼ੀ ਪ੍ਰੈਕਟਿਸ ਕਰ ਲਓ, ਹੁਣ ਨਹੀਂ ਤੁਸੀਂ ਚੁੱਕ। ਬਿਲਕੁਲ ਸਹੀ। ਕਿਉਂਕਿ ਹਾਥੀ ਬਣਾਤਾ ਨਾ, ਬੰਦਾ ਨਹੀਂ ਰਹਿਣ ਦਿੱਤਾ, ਇਨਸਾਨ ਨਹੀਂ ਰਹਿਣ ਦਿੱਤਾ। ਇਨਸਾਨ ਨੂੰ ਬੰਦਾ ਬਣਾ ਕੇ, ਹਾਥੀ ਬਣਾ ਕੇ ਤੁਹਾਡੇ ਤੋਂ ਸਦਾ ਲਈ ਤੁਹਾਡਾ ਜਿਹੜਾ ਪੈਸ਼ਨ ਸੀ, ਤਾਕਤ ਸੀ, ਸਦਾ ਲਈ ਖਤਮ ਕਰਤੀ। ਉਹਦੀ ਹੁਣ ਨਹੀਂ ਰੀਸ ਕਰ ਸਕਦੇ ਤੁਸੀਂ। ਗੁਰੂ ਸਾਹਿਬ ਨੂੰ ਇਨਸਾਨ ਰਹਿਣ ਦਿੰਦੇ, ਕੰਮ ਮਹਾਨ ਰੱਖਦੇ। ਮਹਾਨ ਕੰਮ ਸੀ ਉਹਨਾਂ ਦੀ ਇਹੀ ਕਰਾਮਾਤ ਸੀ ਕਿ ਬਾਬਰ ਨੂੰ ਜਾਬਰ ਕਹਿਣਾ, ਉਹਨਾਂ ਦੀ ਇਹੀ ਕਰਾਮਾਤ ਸੀ ਕਿ ਹੱਸ ਕੇ ਤਵੀ ਤੇ ਬਹਿਣਾ, ਉਹਨਾਂ ਦੀ ਇਹੀ ਕਰਾਮਾਤ ਸੀ ਕਿ ਹੱਸ ਕੇ ਆਨੰਦਪੁਰ ਛੱਡਣਾ, ਉਹਨਾਂ ਦੀ ਇਹੀ ਕਰਾਮਾਤ ਸੀ ਕਿ ਬੱਚਿਆਂ ਦਾ ਸ਼ਹੀਦੀ ਦਾ ਪਤਾ ਲੱਗ ਗਿਆ, ਫਿਰ ਵੀ ਕਹਿੰਦੇ ਫਿਰ ਕੀ ਹੋ ਗਿਆ, ਕੋਈ ਗੱਲ ਨਹੀਂ, ਸਭ ਨੇ ਜਾਣਾ, ਲੱਗੇ ਲੇਖੇ। ਇਹ ਕਰਾਮਾਤਾਂ ਤੋਂ ਘੱਟ ਨਹੀਂ ਸਾਡੇ ਗੁਰੂ ਸਾਹਿਬ ਦਾ ਜੀਵਨ। ਪਰ ਇਹਨਾਂ ਨੇ ਇਦਾਂ ਦੀਆਂ ਗੱਲਾਂ ਸੁੱਤੇ ਪਏ ਸੀ, ਉਹ ਸਰਾਣੇ ਥੱਲੇ ਆਹ ਨਿਕਲਿਆ, ਦਰਖਤਾਂ ਤੋਂ ਮਠਿਆਈ ਡਿੱਗ ਗਈ, ਆਹ ਚੀਜ਼ਾਂ ਸੁਣਾ ਕੇ ਹਰ ਬੰਦਾ ਕਹਿੰਦਾ ਮੇਰੇ ਤੋਂ ਤਾਂ ਨਹੀਂ ਇਹ ਚੀਜ਼ਾਂ ਹੋ ਸਕਦੀਆਂ, ਅਸੀਂ ਤਾਂ ਨਹੀਂ ਇਹ ਕਰ ਸਕਦੇ। ਮਤਲਬ ਜਦੋਂ ਤੁਸੀਂ ਬੰਦਾ ਹੀ ਨਹੀਂ ਰਹਿਣ ਦਿੱਤਾ, ਕਿਸੇ ਨੂੰ ਹਾਥੀ ਬਣਾਤਾ, ਉਦੋਂ ਹੁਣ ਤੇ ਮੂੰਹ ਵੀ ਨਹੀਂ ਕਰਨਾ ਉਧਰਲੇ ਪਾਸੇ ਕਿਸੇ ਨੇ। ਅਸਲ 'ਚ ਗੁਰੂ ਸਾਹਿਬ ਦੇ ਨੇੜੇ ਲੱਗਣਾ, ਤੇ ਇਹ ਸਾਰਾ ਇਸੇ ਕਰਕੇ ਲੋਕ ਦੂਰ ਹੋਏ ਆ, ਕਿਉਂਕਿ ਇਹਨਾਂ ਨੇ ਗੁਰੂ ਸਾਹਿਬ ਨੂੰ ਇਦਾਂ ਦੇ ਬਣਾ ਕੇ ਆਮ ਲੋਕਾਂ ਤੋਂ ਦੂਰ ਕਰ ਦਿੱਤਾ। ਭਾਈ ਲਹਿਣਾ ਜੀ ਕਹਿੰਦੇ ਸੀ ਮੈਂ ਵੀ ਨਾਨਕ ਬਣਨਾ, ਗੁਰੂ ਅਮਰਦਾਸ ਕਹਿੰਦੇ ਮੈਂ ਵੀ ਬਣਨਾ, ਗੁਰੂ ਰਾਮਦਾਸ ਜੀ ਵੀ ਬਣੇ। 250 ਸਾਲ ਤੱਕ ਤੇ ਨਾਨਕ ਬਣਦੇ ਰਹੇ, ਹੁਣ ਨਹੀਂ ਬਣਨੇ, ਕਿਉਂਕਿ ਹੁਣ ਉਹ ਭਗਵਾਨਾਂ 'ਚ ਸ਼ਾਮਲ ਕਰ ਦਿੱਤੇ ਗਏ। ਜਿੱਥੇ ਬਾਕੀ ਭਗਵਾਨ ਨੇ, ਉੱਥੇ ਕਰਾਮਾਤੀ ਭਗਵਾਨ ਜਾਦੂਗਰਾਂ ਵਰਗੇ ਸਾਡੇ 10 ਪਾਤਸ਼ਾਹ ਵੀ ਬਣਾ ਦਿੱਤੇ ਗਏ ਹੈ। ਉਸ ਤੋਂ ਬਾਅਦ ਕਿਉਂ ਨਹੀਂ ਸਿੱਖ 'ਚੋਂ ਜਜ਼ਬਾ ਆ ਰਿਹਾ? ਹੁਣ ਪੂਜਣ ਤੋਂ ਬਿਨਾਂ ਬਣਨ ਵਾਲਾ ਕੰਮ ਕਿੱਧਰ ਗਿਆ? ਬਣਨਾ ਸੀ, ਪੂਜਣਾ ਸ਼ੁਰੂ ਕਰਤਾ। ਬਣਨਾ ਸੀ, ਹੁਣ ਤੁਸੀਂ ਟੈਨਾ ਜੀ ਬੋਲਦੇ ਆ, ਮੈਨੂੰ ਤੁਸੀਂ ਸੋਹਣੇ ਲੱਗਦੇ ਬੋਲਦੇ, ਮੈਂ ਤੁਹਾਨੂੰ ਕਹਿ ਕੇ ਆ ਗਿਆ ਤੁਹਾਡੀ ਜਿਹੜੀ ਤੁਸੀਂ ਜਦੋਂ ਬੋਲਦੇ ਆ, ਗੱਲ ਕਰਦੇ ਆ, ਤਾਂ ਇੰਟਰਸਟ ਹੈ। ਹੁਣ ਬੰਦੇ ਆ ਤੁਸੀਂ, ਹੁਣ ਮੈਂ ਕਹਾਂ ਵੀ ਮੈਂ ਤੁਹਾਨੂੰ ਸੁਣਨਾ ਹੈ ਲਗਾਤਾਰ, ਮੰਨ ਲਓ ਮੈਂ ਕਹਾਂ ਵੀ ਮੈਂ ਵੀ ਇਦਾਂ ਬੋਲਣਾ, ਤਾਂ ਹੋ ਸਕਦਾ ਮਹੀਨਾ 2 ਮਹੀਨੇ 'ਚ ਪ੍ਰੈਕਟਿਸ ਕਰਕੇ ਮੈਂ ਵੀ ਬੋਲ ਸਕਦਾ। ਤੁਸੀਂ ਵੀ ਕਹੋਗੇ ਹਾਂਜੀ ਕੋਈ ਔਖਾ ਨਹੀਂ, ਮੈਂ ਵੀ ਤਾਂ ਬੋਲਦਾ ਹੀ ਆ। ਹੁਣ ਜੇ ਤੁਸੀਂ ਮੈਨੂੰ ਇਹ ਕਹਿਤਾ ਵੀ ਮੈਂ ਪਿਛਲੇ ਜਨਮ 'ਚ ਇੰਨੇ ਸਾਲ ਭਗਤੀ ਕਰਕੇ ਫੇਰ ਲਈ ਹੈ ਦਾਤ, ਇਹ ਤਾਂ ਬੋਲਣ ਲੱਗੇ, ਐਵੇਂ ਥੋੜਾ, ਇਹ ਤਾਂ ਪਿਛਲੇ ਜਨਮ 'ਚ ਵਰ ਲਿਆ, ਤੇ ਮੇਰਾ ਤਾਂ ਕੌਨਫੀਡੈਂਸ ਹੀ ਮਰ ਜਾਣਾ। ਮੈਂ ਕਹਿਣਾ ਮੈਂ ਬਾਹਰ ਕਿੱਥੋਂ ਲੈ ਕੇ ਆਵਾਂ, ਹੁਣ ਬਾਬਾ ਕਿੱਥੋਂ ਲੱਭਾਂ, ਮੈਂ ਹੁਣ ਕਿੱਥੇ ਇਦਾਂ ਦੀ ਰੀਸ ਕਰ ਸਕਦਾ? ਮਤਲਬ ਦੂਰ ਕਰਤਾ ਸਦਾ ਲਈ ਮੈਨੂੰ। ਹਾਂਜੀ ਜੀ, ਪਰ ਇੱਕ ਪਾਸੇ ਤੁਸੀਂ ਇਕੱਲੇ ਹੋ, ਇੱਕ ਪਾਸੇ ਉਹ ਕਿੰਨੇ ਸਾਰੇ ਨੇ। ਤੁਹਾਨੂੰ ਲੱਗਦਾ ਹੈ ਵੀ ਤੁਸੀਂ ਤਰਕ ਦੇ ਨਾਲ ਉਹਨਾਂ ਸਾਰਿਆਂ ਦੇ ਸਾਹਮਣੇ ਮਤਲਬ ਉਹਨਾਂ ਨੂੰ ਨਿਸ਼ਬਦ ਕਰ ਦੋਗੇ? ਨਹੀਂ, ਮੈਨੂੰ ਇਹ ਲੱਗਦਾ ਜੀ ਕਿ ਇੱਕ ਗੱਲ ਸਾਹਮਣੇ ਘੱਟ ਤੋਂ ਘੱਟ ਜਿਹੜਾ ਸਾਡਾ ਸਿੱਖ ਧਰਮ ਨੂੰ ਸਾਹਮਣੇ ਰੱਖਣਾ ਨਾ ਜੀ, ਇਹ ਰੂਪ ਵੀ ਹੋਣਾ ਚਾਹੀਦਾ ਸੀ ਵੀ ਸਿੱਖ ਕਮਲੀਆਂ ਹੀ ਨਹੀਂ ਮਾਰਦੇ, ਸਿੱਖ ਵੀ ਸਿਆਣੇ ਹੁੰਦੇ ਆ, ਸਿੱਖ ਵੀ ਪ੍ਰੈਕਟੀਕਲ ਸੋਚਦੇ ਆ। ਸਾਡਾ ਗੁਰੂ ਗ੍ਰੰਥ ਸਾਹਿਬ ਸਾਰੀ ਗੱਲ ਹੀ ਉਹ ਤਾਂ ਪ੍ਰੈਕਟੀਕਲਿਟੀ ਦੀ ਕਰਦੇ ਆ। ਉਹ ਤਾਂ ਕਹਿੰਦੇ ਹੁਕਮ ਨਿਯਮਾਂ ਨੂੰ ਸਮਝੋ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਜਿਹੜਾ ਲਿਖਿਆ ਨਿਯਮ ਹੈ, ਲਾਅ ਬਣਿਆ ਹੋਇਆ ਹੈ, ਉਹਦੇ ਅੰਡਰ ਚੱਲਣਾ ਸੀ। ਸਾਨੂੰ ਲੱਗਦਾ ਵੀ ਮੈਂ ਇਹ ਗੱਲ ਕਰਾਂ, ਘੱਟ ਤੋਂ ਘੱਟ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸਾਰੇ ਸੁਣਨਗੇ। ਅੱਗੇ ਕਿਤਾਬਾਂ ਪੜ੍ਹਦੇ ਸੀ, ਕਿਤਾਬ 'ਚ ਕਿਸੇ ਨੇ ਕੁਝ ਲਿਖਿਆ, ਇਹੀ ਲਿਟਰੇਚਰ ਸੀ, ਇਹਨਾਂ ਦਾ ਹੀ ਸੀ ਜਿਹੜਾ ਇਹਨਾਂ ਦੇ ਬ੍ਰਹਮ ਗਿਆਨੀਆਂ ਨੇ ਲਿਖਿਆ। ਹੁਣ ਘੱਟ ਤੋਂ ਘੱਟ ਅਗਲਾ YouTube ਖੋਲਦਾ, ਤਾਂ ਮੈਨੂੰ ਇਹ ਲੱਗਦਾ ਕਿ ਘੱਟ ਤੋਂ ਘੱਟ ਜਿੱਥੇ ਬਾਕੀ 10 ਗੱਲਾਂ ਆਉਣ, ਉੱਥੇ ਸਾਡੇ ਵਰਗਾ ਵੀ YouTube ਤੇ ਬੈਠਾ ਹੋਵੇ, ਇੱਕ ਅੱਧਾ ਕਲਿੱਪ ਉਹਦਾ ਵੀ ਆਵੇ, ਤੇ ਜਦੋਂ ਉਹ ਸੁਣਨ ਤੇ ਆਉਣ ਵਾਲੀਆਂ ਪੀੜ੍ਹੀਆਂ ਵੇਖਣ ਵੀ ਨਹੀਂ, ਪ੍ਰੈਕਟੀਕਲ ਵੀ ਸੋਚਿਆ ਜਾ ਸਕਦਾ। ਅਸੀਂ ਜੇ ਤੁਹਾਡੇ ਜਵਾਬਾਂ ਤੋਂ ਸੰਤੁਸ਼ਟ ਹਾਂ, ਪਰ ਸਵਾਲਾਂ ਦੀ ਸੂਚੀ ਹੈ ਜਿਹੜੀ ਉਹ ਕਾਫੀ ਲੰਮੀ ਹੈ, ਕਿਉਂਕਿ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਲਾਂਘੇ ਦੇ ਮਾਮਲੇ ਤੇ
ਵਿਵਾਦ ਪੈਦਾ ਹੋਇਆ, ਉੱਥੇ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜੀ ਤੇ ਕਈ ਤਰ੍ਹਾਂ ਦੀਆਂ ਉੱਥੋਂ ਖਬਰਾਂ ਆਈਆਂ। ਤੇ ਇਸ ਤੋਂ ਇਲਾਵਾ ਤੁਹਾਡੇ ਇੱਕ ਸਾਥੀ ਦੇ ਵੱਲੋਂ ਇੰਗਲੈਂਡ ਦੇ ਵਿੱਚ ਹਰਿੰਦਰ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਗੁਰੂ ਨਾਨਕ ਦੇਵ ਜੀ ਦਾ ਕਤਲ ਕੀਤਾ ਗਿਆ ਸੀ, ਕਿਤੇ ਲਾਸ਼ ਖੁਰਦ-ਬੁਰਦ ਤਾਂ ਨਹੀਂ ਕਰ ਦਿੱਤੀ ਗਈ। ਇਹਨਾਂ ਸਵਾਲਾਂ ਦੇ ਉੱਤਰ ਵੀ ਅਸੀਂ ਲੈਣੇ ਚਾਹਾਂਗੇ, ਪਰ ਅੱਜ ਦੇ ਲਈ ਇਹ ਨਹੀਂ ਤੇ ਅੱਜ ਸਮਾਪਤੀ ਕਰਕੇ ਤੇ ਅਗਲੀ ਕਿਸ਼ਤ ਯਾਨੀ ਕਿ ਲਗਾਤਾਰਤਾ ਨੂੰ ਬਰਕਰਾਰ ਰੱਖਦੇ ਹਾਂ ਜੀ। ਸੋ ਫਿਲਹਾਲ ਦੇ ਲਈ ਇਸ ਕਿਸ਼ਤ ਨੂੰ ਇੱਥੇ ਨਿਬੇੜਦੇ ਹਾਂ ਜੀ। ਕੱਲ ਨੂੰ ਫਿਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਮੁਲਾਕਾਤ ਹੋਏਗੀ। ਲਗਾਤਾਰਤਾ ਬਰਕਰਾਰ ਹੈ, ਤਦ ਤੱਕ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।